ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਸਨ ਦਾਸ ਕੈ ਜਨ ਨਾਨਕ ਜੇ ਹਾ ਤੂੰ ਕਰਾਈ ਤੇ ਹਾਉ ਕਰੀ ਵਖਿਆਨ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ ਦਰਸ਼ਨ ਵਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸੇਵ ਦੁਖ ਸੰਗੀ ਨੂਰ ਅਰਸੋਂ ਕੁਰਸੋਂ ਝਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਐ ਸਤਨਾਮ ਵਾਹਿਗੁਰੂ ਸਾਹਿਬ ਜੀ ਫੇਰ ਉਸਾਇਆ ਫੇਰਿਆ ਸਤਿਗੁਰ ਖਾਲੂਰ ਜਬ ਤਬ ਸੰਜਮ ਨਾਲ ਤੁਧ ਹੋਰ ਮੁਚ ਗੁਰੂਰ ਫੇਰ ਉਸਾਇਆ ਫੇਰ ਆਣ ਸਤਿਗੁਰ ਖਾਲੂਰ ਜਬ ਤਬ ਸੰਜਮ ਨਾਲ ਤੁਧ ਹੋਰ ਮੁਚ ਗੁਰੂਰ ਲਬ ਬਣਾਏ ਮਾਨਸਾ ਜੋ ਪਾਣੀ ਬੂਰ ਵਰਿਐ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿਤ ਸੋਹਾਤ ਨ ਲੱਭਈ ਤੂੰ ਉਹ ਠਰੂਰ ਨਾਨਕ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ
निंदा तेरी जो करे सो वन्य चूर। नेड़े दिसै मात लोक तुद सिजै दूर। फेर वसाया फेर आन सतगुर का दूर। नेड़े दिसै मात लोक तुद सुझै दूर। फेर वसाया फेर आन सतगुर का दूर। वाहिगुरू जी का खालसा वाहिगुरू जी की फतेह। ਧੰਨ ਧੰਨ ਗਰੀਬ ਨਿਵਾਰ ਸਤਿਗੁਰੂ ਜੋ ਸ਼ਤਰ ਤਖਤ ਦੇ ਮਾਲਕ ਗੁਰਤਾ ਦੇ ਵਿਰਾਜਮਾਨ ਜੁਗੋ ਜੁਗ ਟਲ ਬਾਣੀ ਕੇ ਹੋਏ ਤੇ ਕਲਯੁਗ ਦੇ ਤਾਰਕ ਗੁਰਤਾ ਗਦੀ ਤੇ ਵਿਰਾਜਮਾਨ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਜੀ ਗੋਦ ਦਾ ਆਨੰਦ ਮਾਣਦੇ ਹੋਏ ਸਤਸੰਗੀਆਂ ਦੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਦੁੱਖਾ ਜਨ ਦੇ ਸਵਾਸਾਂ ਨੂੰ ਸਫਲ ਕੀਤਾ ਹੈ। ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਪਾਠ ਆਰਤੀ ਆਰਤੇ ਦੇ ਕੀਰਤਨ ਉਪਰੰਤ ਗੁਰਬਾਣੀ ਦਾ ਰਸਪਿੰਨਾ ਕੀਰਤਨ ਸਰਵਣ ਕਰਕੇ ਲਾਹਾ ਕੱਟਿਆ ਹੈ। ਅਦੈਂਤ ਕੀਤੀ ਹੈ ਗਰੀਬ ਨਿਵਾਰ ਸਤਿਗੁਰੂ ਜੀ ਨੇ ਗੁਰਬਾਣੀ ਵਿਚਾਰ ਦਾ ਸਮਾਂ ਬਖਸ਼ਿਆ ਹੈ। ਰਾਮਕਲੀ ਕੀ ਵਾਰ ਦੇ 4 ਸ਼ਲੋਕਾਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ ਹਾਂ। 5ਵੇਂ ਸ਼ਬਦ ਵਿੱਚ ਗਰੀਬ ਨਿਵਾਰ ਸਤਿਗੁਰੂ ਜੀ ਜੋ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰਦੇ ਹੈ। ਆਓ ਕਾਗਲ ਹੋ ਕਰਕੇ 4 ਸਰਵਣ ਕਰੀਏ। ਸਤਨਾਮ ਵਾਹਿਗੁਰੂ ਜੀ। ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਜਪ ਸੰਜਮ ਨਾਲ ਤੁਧ ਹੋਰ ਮੁਚ ਗੁਰੂ। ਫੇਰ ਵਸਾਇਆ ਫੇਰ ਆਣ। ਪਹਿਲਾਂ ਫੇਰ ਦਾ ਅਰਥ ਹੈ ਫੇਰ ਆ ਕਰਕੇ। ਵਸਾਇਆ ਨਗਰ ਖੰਡੂਰ। ਦੂਸਰੀ ਵਾਰ ਫੇਰ ਆਣ ਲਿਖਿਆ ਜਿਹੜਾ ਰਾਰੇ ਨੂੰ ਔਂਕੜ ਲਾਈ ਹੈ ਜਿਸ ਦਾ ਅਰਥ ਹੈ ਬਾਬਾ ਫੇਰੂ ਜੀ ਦੇ ਸੁਪੁੱਤਰ। ਆਣ ਨਾਮ ਸੁਪੁੱਤਰ ਦਾ ਹੈ। ਬਾਬਾ ਫੇਰੂ ਜੀ ਦੇ ਸੁਪੁੱਤਰ ਪਾਵਨ ਸ੍ਰੀ ਲਹਿਣਾ ਜੀ ਨੇ ਸਤਿਗੁਰ ਖਡੂਰ ਸਤਿਗੁਰੂ ਜੀ ਨੇ ਖਡੂਰ ਨਗਰ ਨੂੰ ਆ ਕਰਕੇ ਵਸਾਇਆ। 1561 ਵਿਕਰਮੀ ਵਿਸਾਖ ਦਾ ਜਨਮ ਹੈ ਅਵਤਾਰ ਹੈ ਪਾਵਨ ਸ੍ਰੀ ਲਹਿਣਾ ਜੀ ਦਾ। ਮਾਤਾ ਪਿਤਾ ਮੱਤੇ ਦੀ ਸਰਾਂ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ, ਜਿਸ ਦਾ ਪੁਰਾਤਨ ਨਾਮ ਮੱਤੇ ਦੀ ਸਰਾਂ ਸੀ। ਬਾਅਦ ਚ ਬਦਲ ਕਰਕੇ ਨਾਗੇ ਦੀ ਸਰਾਂ ਪ੍ਰਸਿੱਧ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਸਥਾਨ ਤੇ ਜਾ ਕੇ ਠਹਿਰੇ। ਅੱਜ ਕੱਲ੍ਹ ਗੁਰਦੁਆਰਾ ਚਰਨ ਕਮਲ ਸਾਹਿਬ ਸੁਸ਼ੋਭਿਤ ਹੈ ਜਿਸ ਸਥਾਨ ਤੇ ਬਾਬਾ ਫੇਰੂ ਜੀ ਤੇ ਮਾਤਾ ਸੁਭਰਾਈ ਜੀ ਨੇ ਸਤਿਗੁਰੂ ਜੀ ਦੇ ਪਾਵਨ ਚਰਨ ਪਰਸੇ ਇੱਥੇ ਪ੍ਰਾਰਥਨਾ ਕੀਤੀ। ਗਰੀਬ ਨਿਵਾਰ ਸਤਿਗੁਰੂ ਸਾਡੇ ਘਰ ਦੇ ਅੰਦਰ ਸੰਤਾਨ ਨਹੀਂ ਹੈ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਵਚਨ ਕਿਹਾ ਕਿ ਤੁਹਾਡੇ ਘਰ ਐਸੀ ਸੰਤਾਨ ਪੈਦਾ ਹੋਵੇਗੀ ਜੋ ਦੀਨ ਦੁਨੀਆ ਦੇ ਭਾਰ ਨੂੰ ਚੱਲਣ ਦੇ ਸਮਰੱਥ ਹੋਵੇਗਾ। ਸਮਾਂ ਪਾ ਕਰਕੇ ਪਾਵਨ ਸ੍ਰੀ ਲਹਿਣਾ ਜੀ ਦਾ ਅਵਤਾਰ ਹੋਇਆ। 16-17 ਸਾਲ ਦੀ ਆਰਜ਼ੂ ਤਿੱਕਰ ਸਤਿਗੁਰੂ ਜੀ ਨੇ ਉੱਥੇ ਸਮਾਂ ਬਤੀਤ ਕੀਤਾ। ਪਾਵਨ ਸ੍ਰੀ ਲਹਿਣਾ ਜੀ ਨੇ ਤੇ ਬਲੋਚਾਂ ਦੀਆਂ ਧਾੜਾਂ ਉਸ ਵਕਤ ਆਇਆ ਕਰਦੀਆਂ। ਮਾਰ ਲੁਟਾਈ ਬਹੁਤ ਹੋਇਆ ਕਰਦੀ ਸੀ।
मत्ते की सरां ढा करके बलोचा ने थे बना दी। बाबा फेरू जी अपने परिवार नूं लै करके खंडूर नगर विच आकर के ठहर गए। इस नगर आउण तो पहला खडूर नगर दे वासी प्रभु दे वरसाए हुए माता खीवी जी के पिता ने अपनी बच्ची खीवी जी की शादी पावन श्री लैणा जी के नाल कर दिती सी। माता खीवी जी के पिता ने बेनती की कि साडे कोई संतान नहीं, कोई की बच्ची सी, वो तुहाडे नाल विआह दिती गई है। बलोचां की मार ने उस स्थान को भी ढा दिता है, तुसीं खडूर नगर आकर के वासा कर लो। फिर वसाया, फिर आन सतगुर खाडू खंडूर नगर च आकर के बसन लगे। ते सारा खंडूर जिन्ने भी खंडूरीए सन सारे देवी दे पाशक सन। इको ही गुरसिख रहिंदा सी इस खंडूर नगर अंदर, जिहदा नाम भाई जोध करके इतिहास विच आया है। भाई जोध गुरु नानक साहिब सच्चे पातशाह जी का गुरसिख सी। गुरु नानक जी के चरनां दा प्रीतवान सिख ते गुरबाणी का पाठ करन वाला, नितनेम करन वाला सी। एक दिन भाई जोध जी के पासों गुरबाणी के ऐसे शब्द सरवण करदियां कन्नां च बाज लैणा जी दे पई ते मन कर्षित हो गया। अक्सरकार उसनूं पुछण लगे, भाई प्रेमिया ये बाणी किस दी पढ़दा है, किहने उचारण कीती है? पढ़दियां होइयां ते मन बड़ा शांत हुंदा है। ते भाई जोध ने ये उत्तर दिता कि ये बाणी कलयुग के अवतार गुरु नानक पातशाह जी की उचारण की हुई है। मैनू भी उन्हों का दर्शन करवा दे कदे, ते जो इन्हों दे पावन श्री लैणा जी के सौरा साहब सन, वो भी ज्वालामुखी जाया करते साल की साल। देवी के पाशक सन, वो भी उन्हों की चढ़ाई करन तो उपरंत जिहड़ा सारा संघ जाया करदा सी, उन्होंने इकट्ठे हो गए लैणा जी नूं बेनती की कि तुसीं हुण इस संघ के मुखी बन करके चलो। ते पावन लैणा जी कहण लगे भी चलांगे तुहाडे नाल, पर करतारपुर नगर अंदर गुरु नानक साहिब महाराज जी सिख संगतां नूं उपदेश दिंदे आ, दुनिया नूं कल्याणकारी परम पवित्र उपदेश बख्शदे ने। मैं किसी उन्हां दे सेवक दे पासों कुछ शब्द सुने हैं, जिन्हां शब्दां नूं सुन करके मेरा मन कर्षित होया है। उन्हां दे दीदार करन लई मैं जरूर जावांगा। साथ दे भला मैनूं नाल लै चलो, पर पहला उत्थे हो करके ही जाना है। साथियां ने कहा भी कोई फर्क नहीं पैंदा, आपां ते यात्रा ही करनी है। नाल वाला साथ समा आया, ज्वालामुखी नूं चलिया है। पावन श्री लैणा जी भी घोड़ी ते चढ़ के सवार हो करके चले ने। जदों गुरु नानक जी के पावन स्थान करतारपुर पुजे, गुरु नानक पातशाह जी के दर्शन दीदार करके गुरु के ही हो करके रह गए ने। साथियों नूं कहण लगे भी असीं ते जिथे पुजना सी पुज गए हां, तुसीं जाओ जिथे जाना है। ते इतिहासकारां ने जिक्र किया है कि रात बतीत कर लई, सवेर दे वक्त चलण की तैयारी कर रहे सन साथी, पर रात दे वेले जिहड़ा अजब नज़ारा पावन लैणा जी ने डिठा, जिस देवी की वासना लई चलिया संग, उसे तरह दे लाल वस्त्र पहने हार श्रृंगार किया ते गुरु नानक दे दरबार च झाड़ू मारदी हुई दिखाई दिती। ते लैणा जी ने पूछया भी माता एडा वड्डा संग तां तेरी पूजा लई चलिया है? उन्हें अगों जवाब दिता, ये गुरु नानक के दर ते ही झाड़ू मार करके मैं शक्ति लैके अपने सेवकां भगतां नूं वंडदी हां। ते पावन लैणा जी कहण लगे, फिर जे गुरु नानक दे दर तो तू शक्ति लैके वंडदी हां, मैं ते बहुत वड्डी शक्ति की शरण आ गया, इथों गां अगे नहीं जावांगा। 7 साल का समा घाल कमाई कीती, बेअंत घाल कीती। गुरु नानक पातशाह जी की बख्शिश के पात्र बन के दूसरे गुरु नानक बन गए, गुरता के वारस बन गए। गुरता का तिलक अपने हथीं दे करके साहिब गुरु नानक जी ने कहा कि जाओ खंडूर नगर अंदर वासा कर लो। माई भराई जी के स्थान से आकर के
गुरु अंगद साहिब सच्चे पातशाह जी ने वासा कर लिया और अपने समाधि अंदर थान कागर होकर के बैठ गए। पलमासन ला लिया, अगे दीवार खड़ी कर लई ते माता नूं भी कह दिता भी किसी नूं दसना नहीं। बाबा बुढ़ा साहिब जी ने गुरु नानक पातशाह जी तो बचन लए सी कि सतगुरु जी आप ते हुण इत्थे ज्योति जोत समावन लगे हो, संगत नूं किस दे लड़ लाया है। ते गुरु नानक साहिब महाराज जी ने कहा सी भाई बुढ़ा साहब असीं किसी भी रूप विच होईए तुहाडे तो छुपे नहीं रह सकांगे, तुसीं अपने आप ही आकर के सानूं मिलोगे। 6 महीनों का समा हो गया, साध संगत सतगुरु जी अंदर समाधि च ने। संगतां ने व्याकुल हो के भाई बुढ़ा साहिब नूं बेनती की आप चलो। गुरु नानक साहिब जी ने जिसनों गुरता का वारस थापिया है उन्होंने दे दर्शन दीदार करवाओ। जो खंडूर नगर संगतां नूं नाल लै करके बाबा बुढ़ा साहिब जी आए पुजे। माई भराई जी नूं पुछया तो उन्होंने अगों जवाब नहीं दिता, चुप हो गए ने। तदों बाबा जी ने अंदाजा ला लिया, बाबा बुढ़ा साहिब जी ने 4 सवेरे फिर के देखिया भी एक नवीं दीवार निकली है, दरवाजा बंद होया। बाबा बुढ़ा साहिब जी ने वो दीवार खोल ली, अंदर जाके डिठा गुरु अंगद साहिब सच्चे पातशाह जी का दीदार चरनां नूं परसिया ते उन्हां दे नेत्रां चों राग दा जल वह तुरिया। कंठ दे नाल लाया बाबा बुढ़ा साहिब जी ने, करतारपुर दा हाल पुछया ते बाबा बुढ़ा जी ने बेनती की सतगुरु जी आप जी नूं छुप बैठण करके नहीं गुरता गद्दी बख्शी कि आप छुप के बैठ जाओ, संगतां नूं किस दे लड़ लावोगे, आप बाहर आओ, दर्शन दीदार बख्शो। दीवान सजाया गया, संगतां नूं उपदेश सतगुरु जी ने बख्शिया। जिस प्यारे सुने उस समय आज्ञा न चलिए वाले शब्द विराग दे पढ़दियां होया खंडूर नगर नूं वसाया सतगुरु जी ने। इत्थे सत्ता गुरवंड जी जिक्र करदे आ फेर वसाया फेर आ सतगुर खंडूर बाबे फेरू जी दे सुपुत्र सतगुरु अंगद साहिब महाराज जी ने खंडूर नगर नूं वसाया है। जप तप संजम नाल दुध होर मुच गुरूर। जप तप संजम आदि शुभ कर्म आप जी दे नाल ने ते मुच गुरूर बहुती गुरूर नामक गौरवताई आप दे नाल है। सदा ही शोभदी है गरीब नवाज सतगुरु जी। लब बना है मानसा जो पानी बूर। लब लब नाम है लोभ दा ते बना ही नाम है मनास हो जाण दा, नाश करदा है। ते मानस नाम है मनुख दा। मनुख नूं लोभ जिहड़ा है ना नाश करदा है, विनाश वल नूं लै जांदा है। ज्यों पानी बूर, जिवें कहंदे पानी बूर पानी ते पै जावे ते पानी दा प्रवाह बूर दा किते थां ठिकाणा नहीं रहण दिंदा, धक के लै जांदा है। इस प्रकार लोभ जिहड़ा है ना लोभ जिवें पानी बूर नूं रोड़ के लै जांदा है, क्यों मनुख नूं विनाश वल लै जांदा है। लोभ बड़ा पैड़ा है। गरीब नवाज जी ने तुरबानी तुर्की बाणी अंदर लोभ नूं कुत्ते दे नाल वर्णन कीता है कि लोभी जिहड़ा ना वो कुत्ते वर्गा हुंदा है। कुत्ता कदे किसी दा मित्र नहीं बनदा, जिहनूं मर्जी कट लैंदा है, वढ लैंदा है। बाबा फरीद साहिब जी ने एक पावन वचन आपां सरवण कीते होणगे कि फरीदा जां लभ तां नेहो क्या, लभ तां कूड़ा नेहो। बाबा फरीद जी कहते जे बंदे के अंदर लोभ है, लभ है, तो फिर उसका नेह प्रेम जिहड़ा ना वो झूठा है, वो दिखावे मात्र हुंदा है। ख्याल करियो कोई बंदा गुरु नानक दे दर घर की सेवा करता है सतगुरु की प्रसन्नता वास्ते, प्रभु की खुशी लैण वास्ते, उते सतगुरु प्रसन्न हो जाते हैं, रीझ उठते हैं। कोई बंदा सेवा करता है प्रभुता वास्ते, बड़ियाई वास्ते, मैनू दुनिया तो बड़ियाई मिले, सतसंगत दे लोग सतसंगी गुरु घर चाउण वाले वाह वाह करन दी बहुत सेवा करता है, बड़ी घालना है, बड़ा उद्यमी है, बड़ा उपराले वाला है, इसकी सेवा बड़ी है। किसी बंदे के अंदर लोभ की अनस हुंदी है कि मैं संगत नाल जुड़ जावां ते चौधर कदे मेरे हाथ च ही आ जाए, प्रधानगी आ जाए, भला कोई सोसाइटी है, कोई संप्रदाय है, कोई गुरु घर है, कोई भी जथेबंदी है,
कि जे लोभ नाल करदा है ते फिर ओहदा जिहड़ी किरत है ना जिहड़ी कर रहा है ओहदे अंदर प्रेम नहीं है फरीदा। जां लभ तां नेहो क्या, लभ तां कूड़ा नेहो। हिंदुस्तान दा बादशाह होया सिकंदर आजम, चक्रवर्ती बादशाह होया, दुनिया का जेतू बादशाह होया है। जंग के मैदान च लड़दा होया, दुनिया नूं सर करदा होया, अगांह नूं वधदा गया। एशिया जेतू होया सिकंदर बादशाह, अगांह नूं वधदा गया। एहलकार ने आकर के स्नेहा दिता, हलकारे ने, ऐ सिकंदर बादशाह तेरी मां बहुत बीमार है और वो तेनी अड़ीक कर रही है, तेनू मिलने वास्ते तरस रही है, लोच रही है कि अपने पुत्र नूं मिलना है आखिरी बार। बादशाह ने स्नेहा घल्लिया कि मां का उपचार करो, जिन्ना मर्जी धन लग जाए, माया लग जाए, बस आ जंग सर करके छेती वापस परतांगा। जंग जित लिया, अगांह नूं फिर वधदा गया। फिर आके हलकारे ने दूजा वार स्नेहा दिता, कुछ वक्त पा करके हुण तेरी माता दी जिहड़ी है अवस्था बहुत विरध हो गई है, बहुत वीक हो चुकी है। ऐ बादशाह तेनू याद पई करदी है कि मैं पुत्र दा दीदार करना है। सिकंदर कहन लग्या बस छेती आवांगा, आ जंग सर कर लवां। करदा अगांह नूं पहुंचदा गया। जदों तीसरा स्नेहा मिलिया उदों नूं माता दे प्राण पखेरू उडारी मारन दे नजदीक पहुंच गए ने। सिकंदर दुनिया दा जेतू बादशाह जिहदे अंदर लभ सी, लोभ सी कि दुनिया नूं जित करके दुनिया ते राज करां। बाबा फरीद साहब जी कहंदे फरीदा जां लभ तां नेहो क्या, लभ तां कूड़ा नेहो। मां दे नाल प्यार नहीं, प्रेम नहीं। जे प्रेम हुंदा ते तलवार उत्थे छड्ड के वापस परतना सी। मैनूं मां ने याद कीता, जननी ने याद कीता है, पर लोभ सी अंदर। दुनिया का चक्रवर्ती बादशाह बनना चाहता सी ते फिर जिहड़ा मां दे नाल प्रेम वो झूठा सी। सिकंदर बादशाह पहुंचा छेती आकर के, पर उदों माता संसार तो कूच कर गई है। फिर रोया, दुख दिखाया, बड़ा विलाप कीता। ते सियाणे कहन लगे बादशाह जे तैनूं मां दे नाल प्यार हुंदा ते मां दे स्नेहे आवन ते तू झट वापस परत आवना सी, पर तू परत्या नहीं। तू अपनी लोभ दी लालसा लै करके गांह नूं वधदा गया। साहिब बाबा फरीद जी कहंदे फरीदा जां लभ तां नेहो क्या, जे लोभ है ना तो फिर प्रेम नहीं है। लभ तां कूड़ा नेहो, जे अंदर लोभ है, लालसा है ते फिर नेहो जिहड़ा प्रेम है ना वो दिखावे मात्र है, झूठा है। भला आपां गुरु घर दी सेवा च जुड़े हुए हैं, भला आपां गुरमत दा प्रचार कराउने हैं, भला असीं किसी सोसाइटी च दुनिया का पब्लिक का भला करने के लिए उपराला उद्यम करते हैं, पर जे अंदर लोभ है तो फिर वो जिहड़ा दिखावा है ना दुनिया नूं नेहो, वो फिर सार संग झूठा है। साहिब सच्चे पातशाह कहंदे लभ बना है मानसा जो पानी बूर। लोभ जिहड़ा है ना, लोभ वो मनुख नूं मानस नूं क्यों बहा दिंदा है, जिवें पानी दे उत्ते डिग्या होया बूर ते पानी उन्हें बहा के रोड़ के लै जाता है, ते ठिकाना नहीं ना उसका रहता है। और लभ बना है मानसिया जो पानी बूर। एक होर अर्थ कीते ने संप्रदाय दे अंदर महापुरखा ने कि जिवें पानी दे उपर बूर पै जावे तो पानी का स्वाद बदल दिंदा है, पानी का रंग बदल दिंदा है, ओहदे पानी के अंदर स्वाद नहीं रहिंदा। इसे प्रकार लोभ का बूर मानस दे उत्ते पै गया ना ते वो प्रेम का रंग बदल देगा। ਉਹਦੇ अंदर प्रेम की लालसा जिहड़ी होई ना प्रभु चरणों के नाल वो बदल जाएगी, वो स्वाद नहीं रहेगा, वो रस नहीं रहेगा। जे लोभ का बूर मनुख के हिरदे च भरे हुए लबालब प्रेम के जल के उत्ते पै जाए तो बदल जाएगी। लभ बना है मानसा जो पानी बूर। खंडूर नगर के अंदर खैरे जट वसदे सन। खैरे जट्टां दा घुग नगर वसदा सी। इत्थे एक तपा रहिंदा सी, जोगी बड़ा पुराना रहिंदा सी। खंडूर दे जट जिहड़े सन उहनूं अपना पीर करके गुरु करके मानदे सी ते वो तपा जोगी जिहड़ा सी वो गुरु अंगद साहिब सच्चे पातशाह जी दे नाल ईरखा करदा है। जाई ईरखा करदा है कि ये गृहस्थी ने, गृहस्थी हो करके भी उपदेश दिंदे ने और सिख संगत आकर के इन्हां दा पूजन करदियां ने, इन्हां दी मदद करदियां ने। अपने आप ईरखा च चलदा रहिंदा सी। रिधियां सिद्धियां उसदे पास है सन,
ਮੰਤਰ ਜੰਤਰ ਹੈ ਸਨ। ਜਦੋਂ ਕੋਈ ਜ਼ਿਮੀਂਦਾਰਾਂ ਨੂੰ ਲੋੜ ਹੁੰਦੀ ਮੀਂਹ ਪਵਾ ਦਿੰਦਾ, ਕਿਸੇ ਦੀ ਦੁੱਖ ਤਕਲੀਫ ਹੁੰਦੀ, ਕੋਈ ਪਸ਼ੂ ਡੰਗਰ ਬਿਮਾਰ ਹੁੰਦਾ ਉਹਨੂੰ ਠੀਕ ਕਰ ਦਿੰਦਾ, ਕਿਉਂਕਿ ਰਿੱਧੀ ਸਿੱਧੀ ਜ਼ਰੂਰ ਹੈ ਸੀ। ਪਰ ਸਾਧ ਸੰਗਤ ਰਿੱਧੀ ਸਿੱਧੀ ਵਾਲਾ ਆਦਮੀ ਪੂਰਨ ਪਦ ਤੇ ਨਹੀਂ ਪੁੱਜਦਾ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਰਿੱਧੀ ਸਿੱਧੀ ਇੱਕ ਮੋਹ ਹੈ। ਜੇ ਰਿੱਧੀ ਸਿੱਧੀ ਚ ਪ੍ਰਵਿਰਤ ਹੋ ਗਿਆ ਨਾ, ਫਿਰ ਉਸ ਦੇ ਹਿਰਦੇ ਚ ਨਾਮ ਨਹੀਂ ਵਾਸਾ ਕਰਦਾ, ਨਾਮ ਨਹੀਂ ਠਹਿਰਦਾ। ਪਰ ਸਮਰੱਥ ਸਤਿਗੁਰੂ ਸਿੱਖ ਨੂੰ ਉਸ ਅਧੂਰੇ ਪਦ ਤੇ ਨਹੀਂ ਛੱਡਦੇ, ਉਹ ਪੂਰੇ ਤੇ ਲੈ ਜਾਂਦੇ ਆ, ਪੂਰਨ ਪਦ ਤੇ। ਐਸਾ ਮਾਰਗ ਚਲਾਇਆ ਨਾਨਕ ਨਿਰਮਲ ਪੰਥ ਚਲਾਇਆ। ਹੇ ਗੁਰੂ ਨਾਨਕ ਪਾਤਸ਼ਾਹ, ਤੁਸੀਂ ਤੇ ਗ੍ਰਸਤੀ ਸਿੱਖਾਂ ਨੂੰ ਵੀ ਉਹ ਬੜੇ ਬੜੇ ਆਰਜੂ ਲੰਬੀ ਲੰਬੀ ਭੋਗਣ ਵਾਲੇ ਜੋਗੀਆਂ ਦੇ ਨਾਲ ਉਤਾਂ ਕਰ ਦਿੱਤਾ। ਗ੍ਰਸਤ ਮਾਰਗ ਚ ਰਹਿੰਦਿਆਂ ਹੋਇਆਂ ਵੀ ਉਹਨਾਂ ਨੂੰ ਪ੍ਰਭੂ ਦੇ ਨਾਲ ਜੋੜ ਦਿੱਤਾ। ਕੈਸੀ ਪ੍ਰੇਮ ਦੀ ਲਿਵਲਾਈ ਗੁਰੂ ਨਾਨਕ ਸਾਹਿਬ ਸਤਿਗੁਰੂ ਗ੍ਰਸਤੀ ਜੀਵਨ ਬਤੀਤ ਕਰਦਿਆਂ, ਕਿਰਤ ਵਿਰਤ ਕਰਦਿਆਂ ਹੋਇਆਂ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਦਾ ਉਪਦੇਸ਼ ਤੁਸੀਂ ਦਿੱਤਾ। ਲੱਭ ਬਣਾਏ ਮਾਨਸਾ ਜਿਉ ਪਾਣੀ ਬੂਰ। ਜਦੋਂ ਮਨੁੱਖ ਦੇ ਅੰਦਰ ਲੋਭ ਆਵੇ ਤੇ ਖੈਰੇ ਜੱਟਾਂ ਨੂੰ ਕਹਿਣ ਲੱਗਿਆ ਤਪਾ ਵੀ ਤੁਹਾਨੂੰ ਬਰਸਾਤ ਦੀ ਲੋੜ ਹੈ, ਖੇਤੀਆਂ ਸੁੱਕ ਰਹੀਆਂ, ਫਸਲਾਂ ਸੁੱਕ ਰਹੀਆਂ ਨੇ, ਤੇ ਬਰਸਾਤ ਹੁਣ ਤਾਂ ਹੋਵੇਗੀ ਜੇ ਖਡੂਰ ਨਗਰ ਦੇ ਅੰਦਰੋਂ ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਥੋਂ ਕੱਢੋਗੇ। ਤਾਂ ਕਈ ਸਿਆਣੇ ਕਹਿੰਦੇ ਵੀ ਕਿਉਂ ਕੱਢੀਏ, ਸਾਨੂੰ ਕੀ ਤਕਲੀਫ ਹੈ ਜੇ ਬੈਠੇ ਆ ਤੇ ਆਪਣੇ ਸਥਾਨ ਦੇ ਉੱਪਰ। ਤਪਾ ਕਹਿਣ ਲੱਗਿਆ ਜੇ ਖਡੂਰ ਨਗਰ ਅੰਦਰੋਂ ਗੁਰੂ ਅੰਗਦ ਸਾਹਿਬ ਪਾਵਨ ਸ੍ਰੀ ਲਹਿਣਾ ਜੀ ਨੂੰ ਨਾ ਕੱਢਿਆ ਨਾ ਤੇ ਬਰਸਾਤ ਨਹੀਂ ਹੋਈ, ਖੇਤੀਆਂ ਫਸਲਾਂ ਸੁੱਕ ਜਾਣਗੀਆਂ। ਕੈਸੀ ਮੱਤ ਮਾਰੀ ਗਈ, ਬਦਲ ਗਿਆ, ਲੋਭ ਆ ਗਿਆ ਨਾ, ਲਾਲਸਾ ਆ ਗਈ ਵੀ ਸਾਨੂੰ ਤੇ ਆਪਣੀ ਫਸਲ ਨਾਲ ਮਤਲਬ ਹੈ। ਮਹਾਂਪੁਰਖਾਂ ਨੇ ਬਚਨ ਕਹੇ ਨੇ, ਜੱਟ ਖਹਿਰਾ ਤੇ ਬਲਦ ਕਹਿ ਲਹਿਰਾ। ਇਹ ਕਦੇ ਮਿੱਤ ਨਹੀਂ ਹੁੰਦੇ, ਕਹਿੰਦੇ ਢੁੱਡ ਮਾਰ ਲੈਂਦੀਆਂ ਮਿੰਟੀ ਲਾਉਂਦੇ ਨੇ। ਮਾਫ ਕਰਿਓ, ਭਲਾ ਆਪਣੇ ਹੀ ਭਰਾ ਨੇ, ਪਰ ਜਿਹੜੇ ਇਤਿਹਾਸਕਾਰਾਂ ਦੇ ਵਿਦਵਾਨਾਂ ਦੇ ਬਚਨ ਨੇ ਉਹ ਵੀ ਅਜਾਈ ਨਹੀਂ ਹੋਇਆ ਕਰਦੇ। ਸਾਧ ਸੰਗਤ ਖੈਰਿਆਂ ਨੇ ਇਕੱਠੇ ਹੋ ਕਰਕੇ ਕਿਹਾ, ਗੁਰੂ ਅੰਗਦ ਸਾਹਿਬ ਜੀ ਜਾਂ ਤੇ ਮੀਂਹ ਪਵਾ ਦਿਓ ਜਾਂ ਖਡੂਰ ਨਗਰ ਨੂੰ ਛੱਡ ਕਰਕੇ ਚਲੇ ਜਾਓ। ਸਮਰੱਥ ਸਤਿਗੁਰੂ ਕਰਨੀ ਦੇ ਮਾਲਕ, ਦੀਨ ਦੁਨੀਆ ਦੇ ਮਾਲਕ ਪਾਤਸ਼ਾਹ ਨੂੰ ਜਾ ਕਰਕੇ ਜੇ ਤਰਲਾ ਬੇਨਤੀ ਕਰਦੇ ਤੇ ਗੁਰੂ ਸਾਹਿਬ ਜੀ ਦੇ ਅੰਦਰ ਕੋਈ ਕਲਾ ਦਾ ਘਾਟਾ ਨਹੀਂ। ਗੁਰੂ ਨਾਨਕ ਦੇ ਤੇ ਕੁੱਤਿਆਂ ਦੇ ਅੰਦਰ ਵੀ ਬੇਅੰਤ ਸ਼ਕਤੀਆਂ ਨੇ, ਬੇਅੰਤ। ਸਾਧ ਸੰਗਤ ਪਰ ਉਹਨਾਂ ਲੋਕਾਂ ਨੇ ਕਿਹਾ ਸਾਨੂੰ ਤਪੇ ਨੇ ਆਖਿਆ ਕਿਉਂਕਿ ਛਲਬਲ ਨਹੀਂ ਹੁੰਦਾ, ਜੇ ਦੀ ਆਈ ਜ਼ਬਾਨ ਤੇ ਕਹਿ ਦਿੱਤੀ। ਸਾਨੂੰ ਤੇ ਮਹਾਰਾਜ ਤਪੇ ਨੇ ਆਖਿਆ ਹੈ ਜਾਂ ਦੀ ਖਡੂਰ ਨਗਰ ਛੱਡ ਦਿਓ ਜਾਂ ਮੀਂਹ ਪਵਾ ਦਿਓ। ਉਹ ਤਪਾ ਕਹਿੰਦਾ ਵਾ ਜੇ ਤੁਸੀਂ ਖਡੂਰ ਨਗਰ ਛੱਡ ਦਿਓਗੇ ਤੇ ਫਿਰ ਬਰਸਾਤ ਮੈਂ ਕਰਾਵਾਂਗਾ। ਸਤਿਗੁਰੂ ਜੀ ਕਹਿੰਦੇ ਭਾਈ ਜੇ ਸਾਡੇ ਜਾਣ ਕਰਕੇ, ਕੱਲਿਆਂ ਦੇ ਜਾਣ ਕਰਕੇ ਸਾਰਾ ਨਗਰ ਖੁਸ਼ੀ ਹੁੰਦਾ ਹੈ ਤੇ ਅਸੀਂ ਚਲੇ ਜਾਂਦੇ ਹਾਂ। ਖਾਨ ਛਾਬੜੀ ਵਾਲੇ ਸਥਾਨ ਦੇ ਉੱਪਰ ਸਤਿਗੁਰੂ ਜੀ ਆ ਕਰਕੇ ਬੈਠ ਗਏ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ। ਜਿੱਥੇ ਜਾਏ ਬਾਹਰ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਰਾਮ ਰਾਈ। ਜਿੱਥੇ ਸਤਿਗੁਰੂ ਉਜੜਿਆ ਹੋਇਆ ਨਗਰ ਸੀ, ਛਾਬੜੀ ਖਾਨ ਛਾਬੜੀ ਖਾਨਾ ਦਾ ਨਗਰ ਸੀ। ਪਰ ਗਰੀਬ ਨਵਾਜ ਦੇ ਮੁਬਾਰਕ ਚਰਨ ਪਏ, ਉੱਥੇ ਤੇ ਮਨਾਉਤ ਹੋਣ ਲੱਗ ਗਈ। ਉੱਥੇ ਤੇ ਸਰਦਾਵਾਨ ਸ਼ਰਧਾਲੂ ਸੰਗਤਾਂ ਉਮੜ ਕਰਕੇ ਆ ਗਈਆਂ। ਪ੍ਰੀਤਬਾਨ ਸਨ ਜਿਹੜੀਆਂ ਗੁਰੂ ਨਾਨਕ ਦੇ ਚਰਨਾਂ ਦੀਆਂ। ਇਧਰ ਤਪਾ ਹੁਣ ਆਪਣੀ ਬਾਹ ਲਾਈ ਜਾਂਦਾ ਹੈ, ਆਰਾਧਦਾ ਹੈ ਮਗਵਾ ਨੂੰ, ਹਿੰਦਰ ਨੂੰ, ਬੜੇ ਜੰਤਰ ਮੰਤਰ ਕਰਦਾ ਹੈ। ਪਰ ਸਾਧ ਸੰਗਤ ਜਿਸ ਨਗਰ ਚੋਂ ਰੱਬ ਉੱਠ ਕੇ ਚਲਿਆ ਜਾਵੇ ਤੇ ਫਿਰ ਉੱਥੇ ਬਰਸਾਤ ਕਿੱਦਾਂ ਹੋਣੀ, ਮੀਂਹ ਕਿੱਦਾਂ ਹੋਣਾ। ਗੋਬਿੰਦਵਾਲ ਸਾਹਿਬ ਤੋਂ ਚੱਲ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੀਦਾਰ ਕਰਨ ਦੇ ਲਈ ਸ੍ਰੀ ਅਮਰਦਾਸ ਜੀ ਪੁੱਜੇ, ਕਿਉਂਕਿ ਹਰ ਰੋਜ਼ ਆਇਆ ਕਰਦੇ ਸਨ। ਖਡੂਰ ਨਗਰ ਚੱਲ ਕੇ ਆਇਆ ਕਰਦੇ, ਦੀਦਾਰ ਕਰਕੇ ਸਤਿਗੁਰੂ ਜੀ ਦਾ ਹੁਕਮ ਸੀ ਗੋਇੰਦਵਾਲ ਜਾ ਕੇ ਬਸੋ, ਉੱਥੇ ਜਾ ਠਹਿਰਿਆ ਕਰਦੇ ਸਨ। ਜਦੋਂ ਖਡੂਰ ਨਗਰ ਆਏ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਹੈ ਨਹੀਂ, ਬੜਾ ਮਨ ਨੂੰ ਦੁੱਖ ਲੱਗਿਆ। ਕਿੱਧਰ ਗਏ ਸਤਿਗੁਰੂ? ਤੇ ਖਹਿਰੇ ਜੱਟ ਕਹਿਣ ਲੱਗੇ ਬਾਬਾ ਜੀ ਸਤਿਗੁਰੂ ਜੀ ਦਾ ਨਗਰ ਛੱਡ ਕੇ ਚਲੇ ਗਏ। ਕਿਉਂ ਚਲੇ ਗਏ? ਤੇ ਉਹਨਾਂ ਨੇ ਫੇਰ ਦੱਸਤਾ ਸਾਨੂੰ ਤਪੇ ਨੇ ਕਿਹਾ ਸੀ ਜਾਂ ਗੁਰੂ ਜੀ ਨੂੰ ਨਗਰ ਚੋਂ ਕੱਢ ਦੇਵੋ ਜਾਂ ਗੁਰੂ ਜੀ ਨੂੰ ਕਹੋ ਵੀ ਮੀਂਹ ਪਵਾ ਦੇਵੇ। ਜੇ ਗੁਰੂ ਜੀ ਜਾਣਗੇ ਤੇ ਮੈਂ ਮੀਂਹ ਪਵਾਵਾਂਗਾ। ਤੇ ਸ੍ਰੀ ਅਮਰਦਾਸ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਦੱਸੋ ਫਿਰ ਮੀਂਹ ਪਿਆ? ਕਹਿੰਦੇ ਜੀ ਬੂੰਦ ਹੀ ਨਹੀਂ ਡਿੱਗੀ, ਬੱਦਲ ਹੀ ਨਹੀਂ ਹੋਇਆ ਆਕਾਸ਼ ਤੇ, ਮੀਂਹ ਕਿੱਥੇ ਪੈਣਾ ਵਾ।
रमदास जी कहते जाके कहो तबे तबा जी होरां ने जोगी होरां ने अंदरों दरवाजा लाया है ते जट हो के खैरे इकट्ठे हो के गए दरवाजे ते ठा ठा पई हुंदी है जी दरवाजा खोलो बाहर आवो बरसात कराओ मींह चाहिदा ते तबा जी को कहते मींह कोई मेरे कच्चे थोड़ा मारिया होया पवारियागा पै जाएगा। फिर श्री अमरदास जी नूं आ करके कहने लगे भी इंज बोलदा है अगों गुरु के प्यारे निन सेवक जिन्होंने साहब ने निमाणिया दे मान नताणिया दे तान नियोटियां दी ओट नियासरियां दी आसरे नगतियां दी गत ने धरियां दी धर कह के नवाजिया है। ओ श्री अमरदास जी कहने लगे उन्हां जिमींदारां नूं भी इंज करो जे तबा नहीं पवा सकदा ना ते फिर गुरु का सिख है ना गुरु का सेवक है वो प्रभु अगे बेनती करता है मींह पै जाएगा पवेगा उत्थे जेड़े खेत दे अंदर तपई नूं लै करके जावोगे। जदों ये गल कही कि जिमींदारां ने जाके फड़ लिया डोलिया तो आ निकल बाहर जदों उहनूं बाहर कढिया धू करके आकाश ते कालियां घटावां छा आईयां चार सपेरे फिर कोई इधर खिचदा वा कोई इधर खिचदा वा ते क्यों सारियां दे मन सी कि मेरी खेती ना सुक जावे मेरा खेत ना रह जावे लब बनाए मानसा जो पानी बूर जेड़े तबे गुरु मन्नी बैठे सी ना उन्होंने ते अपनी खेती ना मतलब सी होर नहीं कोई लोभ सी अंदर साडा धन ना मर जावे साडी खेती ना फसल ना मर जावे इन्ना धोया इन्ना खिच्चिया झइयां लै लै करके पैंदा पर किसी ने बस थोड़ा उहदी जान दी किसी दे हाथ च बांह आ गई किसी दे लत्त आ गई किसी दे मोढा आ गया किसी दे टोटन सिर आ गया बोटी बोटी करके खिला दिता उन्होंने जिथे भी तवे दी वोटी गई ओ खेत लबा लब बरसात दे नाल भर गया खूब बरसात हुई रजमी बरसात हुई सब जट खुश हो गए इकट्ठे होके कहने लगे श्री अमरदास जी हुण किरपा करो असीं तुहाडे नाल चलदे हां गुरु साहिब नूं इसे नगर च वापस लै आवो। जदों श्री अमरदास जी गए जाके नमस्कार कीती ते गरीब नवाज ने रुख दूजे पासे कर लिया उधरों हो करके नमस्कार की साहब ने मुख दूजे पासे कर लिया तीसरी बारी हो करके बेनती करन लगे महाराज सेवक दे पासों कोई अनजानपणे च गलती हो गई ते तुसीं बख्शणहार हो समर्थ हो। सहब सच्चे पातशाह कहंदे करामात पैर दा नां है तुसां करामात दिखाई है ते करामात दिखाउणी गुरु नानक दे घर दा जिहड़ा है ना ये मर्यादा नहीं गुरु नानक दे आसे दे उल्ट है। सतगुरु जी गुरु नानक दे आसे दे उल्टदा ते मैनू पता नहीं पर अपने गुरदेव की नाराजगी मैं सहार नहीं सकिया मैनू दुख आया था दुख आया मेरे अंदर बहुत भारी दुख आया मैं आपकी नाराजगी नूं सहारिया नहीं आप जी दे चरण परसे ने महाराज क्षमा करो जेता समुंद सागर नीर भरिया तेते अवगुण हमारे दया करो कछ मेर पावो डुबदे पत्थर तारे जीड़ागन बराबर तपै पीतर बगै काती पनवत नानक हुक्म पछाण सुख होवै दिन राती जैसा बालक भाए सुभाई लख प्रार कमावै करप दे झिड़के बहु भाती बाहर पिता गल लावै। पिता सतगुरु जी बख्शो क्षमा करो गरीब नवाज सतगुरु जी कहने लगे ना तो ऐसा नहीं करना ते फिर संगतां ने सबने खैरियां ने हो के इकट्ठियां बेनती की महाराज खडूर नगर च वासा करो फिर वसाया फिर आन सतगुर खाडूर फिर सतगुरु जी ने खडूर नगर वसाया आकर के वरया दरगाह गुरु की कुदरती नूर बरह नाम वरदा है सत संगत दे विच कुदरती नूर अलाही नूर गुरु अंगद साहिब सच्चे पातशाह जी दी संगत दे अंदर दरबार दे अंदर अलाही नूर बरतदा है। इस वास्ते सत संगत दरगाह विच कुदरती नूर अलाही नूर बरसदा है जित सो हाथ न लभई तू ओठ रूर जित सो हाथ न लभी जिसदा अंत नहीं लभदा जेड़ा हाथ विच सौखा नहीं जे आ जांदा जिस परमात्मा नूं लगणों लभण दे वास्ते देवतियां दर्शन कहताई दूक भूग तीर्थ कीए। और सतगुरु जी कहते जोगी जति तपी पचहारे अरबह लोग सियाने बड़े बड़े जोगी गोरख वर्गे बड़े बड़े जति हनुमान वर्गे बड़े बड़े तपी बगदाद वरिकी वर्गे पचहारे अरबह लोग सियाने पर अंत पुचान जो गए से आए अंत गवाए तेरा अंत नहीं किसी ने पाया।
तू किसी नूं लभ्या नहीं। काहे रे बन खोजन जाई, सर्ब निवासी सदा अलेपा, तो ही संग समाई। सतगुरु जी दे पावन वचन कहने बना च जंगलों च खोजन वास्ते लभण वास्ते गृहस्थ नूं त्याग करके घर-बार नूं छड्ड करके जोगी लोग वनवासी हो बैठे। पर उथे वो कोई पहाड़ां च घर बना करके थोड़ा बैठा सी। प्रभु परमात्मा सर्वनिवासी सदा अलेपा, तो ही संग समाई। वो तो सदा व्यापक है, निर्लेप रहने वाला है, हर थां दे उपर परिपूर्ण है, हर थां दे उपर व्यापक है। जंगलों दे विचों लभेगा नहीं, उथों नहीं मिलेगा। ओ कालपुरख प्रभु गरीब नवाज कहते पहुप मत ज्यों बास बस्त है, मुकर माही जैसे साई, तैसे ही हर बसे निरंतर, घड़ी खोजो भाई। पहुप मद, पहुप नाम है फुल दा, फुल दे विच सुगंधी वसदी है, खुशबू बसदी है। वो कुदरत दा बख्शिया होया एक गुण है। फुल दे अंदर खुशबू बाहरों लिया करके किसी ने फिक्स नहीं की। अकाल पुरख ने उस फुल नूं गुण ही ऐसा बख्शिया, उस खुशबू वाले अंदर वसदी है। पहुप मद ज्यों बास बसता है, मुकर माही जैसे छाई। शीशे दे अंदर आपां नूं तस्वीर दिखाई दिंदी है अपनी, शीशे दे विच जिवें तस्वीर दिसदी है, फुल दे अंदर जिवें सुगंधी है, तैसे ही हर वसे निरंतर। साहिब कहंदे ओ एक रासो तां अंदर ही वसदा है, घट ही खोजो भाई। ओनूं घट दे अंदर खोजो, हिरदे दे अंदर खोजो, जंगलां दे विचों नहीं मिलेगा, प्राप्त नहीं होएगा। कहंदे जित सो हाथ न लभई, जिहड़ा अंत नहीं जे पाया जांदा, जिहड़ा सौखा हत्थ च नहीं आंदा, तू ओह ठरूर। असां ने तैनूं सतगुरु अंगद साहब ओह ठहराया है, ਉਹ ਤੈਨੂੰ ਨਿਸ਼ਚਿਤ ਕੀਤਾ ਹੈ। ਇਹਨੂੰ ਜੋਗੀ ਜਤੀ ਲੱਭੀ, ਲੱਭਣ ਵਾਸਤੇ ਜੰਗਲਾਂ 'ਚ ਗਏ, ਜੰਗਲ ਵਾਸੀ ਹੋਏ। ਅਸੀਂ ਤੈਨੂੰ ਸਤਿਗੁਰੂ ਉਹ ਨਿਸ਼ਚਿਤ ਕੀਤਾ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਨੌ ਨਿਧ ਨਾਮ ਨਿਧਾਨ ਹੈ, ਤੁਧ ਵਿੱਚ ਭਰਪੂਰ। ਜਿਹੜਾ ਨਾਮ ਖਜ਼ਾਨਾ ਹੈ ਨੌ ਨਿਧੀਆਂ ਦਾ, ਨੌ ਨਿਧੀਆਂ ਅਣਵਾ ਮਹਿਮਾ ਮਗਮਾ ਜਿਹੜੀਆਂ ਨੌ ਨਿਧੀਆਂ ਨੇ, ਇਹਨਾਂ ਸਾਰੀਆਂ ਨਿਧੀਆਂ ਦਾ ਖਜ਼ਾਨਾ ਨਾਮ ਤੁਧ ਵਿੱਚ ਭਰਪੂਰ। ਉਹ ਤੇਰੇ ਹਿਰਦੇ 'ਚ ਲਬਾਲਬ ਭਰਿਆ ਹੋਇਆ ਹੈ, परिपूर्ण भरिया होया है। निंदा तेरी जो करे सो वन्या चूर। जो तेरी निंदा करदा है गुरु अंगद साहब सच्चे पातशाह, सो वन्या चूर 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 हो करके मरदा खपदा है। जिवें तपे दा हाल कर दिता कह रहे हैं, ये हाल उसदा हो जाता है जो तेरी निंदा करदा है। नेड़े दिसै मात लोक, तुद सिजै सुजै दूर। मात लोक नेड़े दिसै, मात लोक दे बसन वाले महाराज असीं जिहड़े लोग आ ना, साडी जिहड़ी बिरती है ना, ये दीर्घ नहीं है, लघु है, नेड़े दी बिरती है, छोटी बिरती है। ते तुद सुझै दूर, तैनूं ते पातशाह बड़ी दूर दी दृष्टि सुझदी है, तेरी तां दीर्घ दृष्टि है। तुसीं तां बहुत दूर दुखदे, दूर ताईं देखदे हो। लंबी विचार आप जी दी है, जुगां जगंतरां दी है, सारे जुगां दे पत्ते पत्ते दे आप सतगुरु जानी हो। सृष्टि के कण कण जरे जरे दे अंदर आप व्यापक हो। पर डूमा ने सत्ते ते बलवंड ने जो मन अंदर लोभ कीता सी, लोभ कि सानू विसाखी दे पुरब दी सारी माया मिल जावे, लब हुणाहे मानसा दे विचार कीते ना, वो लोभ कीता सी। पर उस दिन दी माया ही सारी सौ होई सी। गरीब नवाज सतगुरु नेड़ा दिसै मात लोक, सानू जेड़ी मत नेड़े दी सी, दीर्घ नहीं सी, लघु लघु बुद्धि तुष बुद्धि सी। गरीब नवाज सतगुरु आप दी दीर्घ बुद्धि सी, विचार उज्जल सी, दूर दी सी, आप नूं पता सी इन्ना धन जे इन्हां नूं मिल गया कि फजूल एवें ही ला देणगे, एवें ही खर्चा कर देणगे। इसे लई ते साहिब सच्चे पातशाह ने कहा सी ना, जिन्नी आप नूं तुहानूं लोड़ है, ਉਹ ਜਿਹੜੀ ਵਸਤੂ ਚਾਹੀਦੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਲੈ ਲਵੋ, ਮਿਲ ਜਾਵੇਗੀ। ਤੋੜ ਨਹੀਂ ਕਿਸੇ ਗੱਲ ਦਾ, ਘਾਟਾ ਨਹੀਂ। ਇਹ ਜੋ ਮਾਤ ਲੋਕ ਸਾਰਾ ਨੇੜੇ ਦਿਸ ਰਿਹਾ ਹੈ ਪਾਤਸ਼ਾਹ, ਤੇ ਤੁਧ ਸੁਝੈ ਦੂਰ। ਜੇ ਆਪ ਜੀ ਦੇ ਦਰਸ਼ਨ ਦਿਦਾਰਾਂ ਨੂੰ ਕੋਈ ਪਰਿਪੂਰਨ ਹਿਰਦੇ 'ਚ ਵਸਾ ਲਵੇ ਨਾ, ਉਹਨੂੰ ਦੂਰ ਨਹੀਂ ਜੇ ਸੁਝਦਾ। ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਮਿਥਿਆ ਹੋਇਆ ਸੰਸਾਰ ਨਾ, ਇਹ ਕਾਲਪੁਰਖ ਵਾਹਿਗੁਰੂ ਤੇਰੇ ਦਰਸ਼ਨਾਂ ਦੇ ਨਾਲ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿ ਇਹ ਜਿਹੜਾ ਮਾਤਲੋਕ ਸਿਰ ਲੈਣ ਵਾਲਾ ਨਹੀਂ ਹੈ, ਨਾਸਬੰਦ ਹੈ। ਫੇਰ ਉਸਾਇਆ ਫੇਰ ਆਣ ਸਤਿਗੁਰ ਖਾ ਦੂਰ। ਫੇਰ ਬਾਬੇ ਫੇਰੂ ਜੀ ਦੇ ਸੁਪੁੱਤਰ ਆਣ ਨਾਮ ਸੁਪੁੱਤਰ
ਦਾ ਹੈ। ਬਾਵਨ ਸ੍ਰੀ ਲਹਿਣਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੇ ਖੰਡੂਰ ਨਗਰ ਨੂੰ ਮੁੜ ਆ ਕਰਕੇ ਵਸਾ ਦਿੱਤਾ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਓ ਦਾਦੇ ਜੇ ਰਿਹਾ ਪੋਤਾ ਪ੍ਰਵਾਨ। ਸੋ ਟਿੱਕਾ ਸੋਈ ਬਹਿਣਾ, ਇਹ ਅਗਲੀ ਪੌੜੀ ਅੰਦਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਸਤਤ ਆਰੰਭ ਕਰਨ ਲੱਗੇ ਹੈ। ਗੁਰੂ ਅਮਰਦਾਸ ਜੀ ਦੀ ਵਡਿਆਈ ਕਰਦੇ ਹੈ। ਜਿਵੇਂ ਭਾਈ ਮਨੀ ਸਿੰਘ ਕਹਿੰਦੇ 1526 ਬਿਕਰਮੀ ਵਿਸਾਖ ਦੇ ਅੰਦਰ ਗੁਰੂ ਅਮਰਦਾਸ ਜੀ ਦਾ ਅਵਤਾਰ ਪ੍ਰਗਟ ਹੋਇਆ ਸੀ ਤੇ ਬਚਪਨ ਦੇ ਅੰਦਰ ਹੀ ਬਾਲਕ ਅਵਸਥਾ ਤੋਂ ਗੰਭੀਰ ਉਡੋਲ ਰਹਿੰਦੇ ਸਨ। ਬਿਰਧ ਅਵਸਥਾ ਤੀਕਰ ਬਜ਼ੁਰਗ ਅਵਸਥਾ ਤੀਕਰ ਜਾ ਕੇ ਜਲ ਦੀ ਗਾਗਰ ਢੋਂਦੇ ਰਹੇ। 12 ਸਾਲ ਖੰਡੂਰ ਸਾਹਿਬ ਆ ਕਰਕੇ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਇਆ ਜਲ ਦੀ ਗਾਗਰ ਢੋ ਕਰਕੇ। ਆਪਣੇ ਘਰੇ ਕੋਈ 72 ਸਾਲ ਦਾ ਬਾਪੂ ਹੋਵੇ ਨਾ, ਪਾਣੀ ਦਾ ਗਲਾਸ ਨਹੀਂ ਮੰਜੇ ਤੋਂ ਉੱਠ ਕਰਕੇ ਪੀਂਦਾ। ਐ ਗੁਰੂ ਅਮਰਦਾਸ ਮਹਾਰਾਜ ਆਪ ਨੇ ਤੇ 12 ਸਾਲ ਜਲ ਦੀ ਗਾਗਰ ਢੋਈ ਹੈ, ਗੁਰਦੇਵ ਦਾ ਇਸ਼ਨਾਨ ਕਰਾਇਆ ਹੈ ਤੇ ਉਹ ਸੇਵਾ ਕਰਦੇ ਕਰਦੇ ਇੰਨੀ ਬਖਸ਼ਿਸ਼ ਦੇ ਪਾਤਰ ਬਣ ਗਏ। ਨਿਮਾਣਿਆਂ ਦੇ ਮਾਣ ਸਤਿਗੁਰੂ ਤੀਸਰੇ ਗੁਰਦੇਵ ਬਣ ਬੈਠੇ। ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਤੀਸਰੀ ਗੱਦੀ ਦਾ ਵਾਰਸ ਥਾਪਿਆ ਪਾਵਨ ਸ੍ਰੀ ਲਹਿਣਾ ਜੀ ਨੇ। ਆਪ ਗੋਇੰਦਵਾਲ ਨਗਰ ਵਿੱਚ ਵਾਸਾ ਕੀਤਾ ਤੇ ਅੰਮ੍ਰਿਤ ਵੇਲੇ ਕਾਂਤ ਦੇਸ਼ ਅੰਦਰ ਕਾਗਰ ਹੋ ਕਰਕੇ ਬੈਠੇ ਪ੍ਰਭੂ ਨਾਮ ਅੰਦਰ ਜੁੜੇ ਹੋਏ। ਕਿਸੇ ਮਾਤਾ ਦਾ ਪੁੱਤਰ ਮਰ ਗਿਆ, ਉਹ ਚੀਕ ਚਿਹਾੜ ਕਰ ਰਹੀ ਹੈ, ਰਾਤ ਦੀ ਬਿਰਲਾਪ ਕਰ ਰਹੀ ਹੈ। ਸੇਵਕ ਨੂੰ ਆਗਿਆ ਕੀਤੀ ਜਾਓ ਵੇਖ ਕੇ ਆਓ, ਰੋਣ ਕਰਲਾਉਣ ਦੀ ਆਵਾਜ਼ ਕਿੱਥੋਂ ਆਉਂਦੀ ਹੈ। ਆ ਕਰਕੇ ਸੇਵਕਾਂ ਨੇ ਦੱਸਿਆ ਸਤਿਗੁਰੂ ਜੀ ਇੱਕ ਮਾਤਾ ਦਾ ਇਕਲੌਤਾ ਪੁੱਤਰ ਸੰਸਾਰ ਤੋਂ ਕੂਚ ਕਰ ਗਿਆ ਵਾ, ਉਹਦੇ ਵਿਜੋਗ ਅੰਦਰ ਰੋਈ ਜਾ ਰਹੀ ਹੈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਉਸ ਮਾਤਾ ਨੂੰ ਸਮਝਾਓ ਕਿ ਜਿਹੜਾ ਪ੍ਰਭੂ ਦਾ ਭਾਣਾ ਸੀ ਉਹ ਵਰਤ ਗਿਆ, ਹੁਣ ਰੋਕ ਕਰਲਾ ਕਰਕੇ ਕਿਉਂ ਹਾਲ ਵਰਾਨ ਕਰਦੀ ਹੈ। ਕਾਂਤ ਦੇਸ਼ ਦਾ ਵੇਲਾ ਹੈ, ਸ਼ਾਂਤੀ ਨੂੰ ਭੰਗ ਨਾ ਕਰੇ। ਸਤਿਗੁਰੂ ਜੀ ਦੇ ਬਚਨਾਂ ਨੂੰ ਜਾ ਕੇ ਸੇਵਕਾਂ ਨੇ ਦੱਸਿਆ ਮਾਤਾ ਜੇ ਪ੍ਰਭੂ ਦਾ ਭਾਣਾ ਵਰਤ ਗਿਆ, ਜਿੰਨੀ ਤੇਰੇ ਪੁੱਤਰ ਦੀ ਆਰਜ਼ੂ ਸੀ ਉਸਨੇ ਭੋਗ ਲਈ ਹੈ, ਹੁਣ ਇਹਨੇ ਦੁਬਾਰਾ ਤੇ ਆਉਣਾ ਨਹੀਂ। ਪਰ ਅੰਮ੍ਰਿਤ ਵੇਲਾ ਹੈ, ਪ੍ਰਭੂ ਦੇ ਨਾਮ ਸਿਮਰਨ ਦਾ ਵਕਤ ਹੈ। ਸਾਹਿਬ ਦੇ ਬਚਨ ਨੇ ਸ਼ਾਂਤੀ ਨੂੰ ਭੰਗ ਨਾ ਕਰੋ, ਉਹਦੀ ਰਜਾ ਚ ਰਹੋ, ਉਹਦੇ ਹੁਕਮ ਨੂੰ ਮੰਨੋ। ਤੇ ਮਾਤਾ ਕੀਰ ਨੇ ਪਾਈ ਜਾਂਦੀ ਹੈ। ਸਮਰੱਥ ਸਤਿਗੁਰੂ ਨੇ, ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਨੇ ਮੇਰੇ ਪੁੱਤਰ ਨੂੰ ਜਿੰਦਾ ਕਰ ਦੇਣ, ਨਹੀਂ ਤਾਂ ਮੈਂ ਵੀ ਗੁਰੂ ਦੇ ਦਰ ਤੇ ਬੈਠ ਕੇ ਰੋ ਕਰਲਾ ਕੇ ਬਰਲਾਵ ਕੇ ਆਪਣੇ ਪ੍ਰਾਣ ਦੇ ਦੇਵਾਂਗੀ। ਇਹਨੇ ਵਿਜੋਗ ਦੇ ਅੰਦਰ ਉਹ ਤੜਫੀ ਗਈ। ਸਤਿਗੁਰੂ ਜੀ ਨੂੰ ਫਿਰ ਜਾ ਕਰਕੇ ਬੇਨਤੀ ਸਿੱਖਾਂ ਨੇ ਕੀਤੀ। ਮਾਤਾ ਵੀ ਰੋਂਦੀ ਕਰਲਾਉਂਦੀ ਗੁਰੂ ਨਾਨਕ ਦੇ ਦਰ ਤੇ, ਤੀਸਰੇ ਗੁਰੂ ਨਾਨਕ ਦੇ ਦਰ ਤੇ ਪੁੱਜੀ ਹੈ ਤੇ ਮੇਰ ਦੇ ਸਾਈਂ ਮੇਰ ਵਿੱਚ ਆ ਕਰਕੇ ਕਹਿਣ ਲੱਗੇ ਮਾਤਾ ਜਾ, ਜਿੰਨੀ ਦੇਰ ਅਸੀਂ ਗੁਰਤਾ ਗੱਦੀ ਤੇ ਸਰੀਰ ਕਰਕੇ ਬਰਾਜਦੇ ਹੋਏ ਆ, ਗੋਇੰਦਵਾਲ ਸਾਹਿਬ ਦੇ ਅੰਦਰ ਕਿਸੇ ਦੀ ਮੌਤ ਨਹੀਂ ਹੋਵੇਗੀ। ਆਖੋ ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ। 22 ਸਾਲ ਗੁਰਦੇਵ ਨੇ ਗੁਰਤਾ ਗੱਦੀ ਕੀਤੀ। ਸਾਧ ਸੰਗਤ 22 ਸਾਲ ਕਿਸੇ ਮਨੁੱਖ ਨੇ ਤਾਂ ਕੀ ਮਰਨਾ ਸੀ, ਕਿਸੇ ਪਸ਼ੂ ਪੰਘੇਰੂ ਦੀ ਮੌਤ ਨਹੀਂ ਜੇ ਹੋਈ, ਕਿਸੇ ਪਸ਼ੂ ਪੰਛੀ ਦੀ ਮੌਤ ਨਹੀਂ ਹੋਈ। ਕਾਲ ਆ ਕਰਕੇ ਵੜਿਆ ਹੀ ਨਹੀਂ ਖੰਡੂਰ ਨਗਰ ਦੇ ਅੰਦਰ, ਦਾਸਾਂ ਦਾ ਦਾਸ ਹੋ ਗਿਆ, ਸੇਵਕ ਹੋ ਗਿਆ। ਭਾਈ ਗੁਰਦਾਸ ਜੀ ਦੇ ਇੱਕ ਬਚਨ ਚੇਤੇ ਆਏ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਹੈ, ਕਹਿੰਦੇ ਨੇ ਜੈਸੇ ਬੂੰਦ ਪਰੀ ਕਿਰਤਾਸ ਗਲ ਜਾਤ, ਕਹਿੰਦੇ ਨੇ ਜੈਸੇ ਕਿਰਤਾਸ ਜਲ ਬੂੰਦ ਪਰੀ ਗਲ ਜਾਤ, ਕ੍ਰਿਤ ਸੰਬੰਧ ਜਲ ਮਤ ਸਾਵਧਾਨ ਹੈ। ਜਿਵੇਂ ਕਹਿੰਦੇ ਪਾਣੀ ਦੀ ਬੂੰਦ ਕਾਗਜ਼ ਤੇ ਪੈ ਗਈ ਤੇ ਉਹ ਗਲ ਜਾਂਦਾ ਹੈ। ਪਾਣੀ ਦੀ ਬੂੰਦ ਕਾਗਜ਼ ਤੇ ਪੈ ਜਾਵੇ ਤੇ ਉਹ ਗਲ ਜਾਂਦਾ ਹੈ, ਪਰ ਉਸੇ ਕਾਗਜ਼ ਨੂੰ ਘਿਓ ਲਾ ਦਿੱਤਾ ਜਾਵੇ, ਠੰਡਾ ਲਾ ਦਿੱਤਾ ਜਾਵੇ ਤੇ ਉਹ ਪਾਣੀ ਦੇ ਅੰਦਰ ਗਲਦਾ ਨਹੀਂ, ਸਾਵਧਾਨ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਜੈਸੇ ਕੋਟ ਤੂਲ ਭਾਰ ਤਨਕ ਚਿੰਗ ਜਰੈ, ਜੈਸੇ ਕੋਟ ਤੂਲ ਭਾਰ ਤਨਕ ਚਿੰਗ ਜਰੈ, ਤੇਲ ਮੇਲ ਦੀਪਕ ਬਾਤੀ ਵਿਦਮਾਨ ਹੈ। ਕਹਿੰਦੇ ਕਰੋੜਾਂ ਹੀ ਰੂਹ ਦੀਆਂ ਪੰਡਾਂ ਹੋਣ ਤੇ ਤਿੰਨ ਮਾਤਰ ਚੰਗਿਆੜੀ ਲੱਗ ਜਾਵੇ ਤੇ ਸਾੜ ਕੇ ਰਾਖ ਕਰ ਦਿੰਦੀ ਹੈ, ਸੜ ਜਾਂਦਾ ਹੈ ਸਭ ਕੁਝ। ਤੇ ਪਰ ਰੂਹ ਦੀ ਵੱਟੀ ਵਰਤ ਕੇ ਤੇਲ ਚ ਮਿਲਾ ਕੇ ਦੀਵੇ ਚ ਲਾ ਦਿੱਤੀ ਤੇ ਉਹ ਲੰਬੀ ਦੇਰ ਤਾਈਂ ਚੱਲਦੀ ਹੈ ਤੇ ਰੋਸ਼ਨੀ ਵੀ ਕਰਦੀ ਹੈ, ਪ੍ਰਕਾਸ਼ ਵੀ ਕਰਦੀ ਹੈ। ਇਉਂ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਲੋਹ ਬੂੜ ਜਾਤ ਸਰਲ ਮੈਂ ਡਾਰਤ ਹੀ, ਪਾਣੀ ਦੇ ਵਿੱਚ ਪਾਇਆ ਲੋਹਾ ਡੁੱਬ ਜਾਂਦਾ ਹੈ। ਕਾਟ ਪ੍ਰਸੰਗ ਗੰਗ ਸਾਗਰ ਨਮਾਨ ਹੈ, ਜੇ ਉਸ ਲੋਹੇ ਦਾ ਲੱਕੜ ਨਾਲ ਸੰਜੋਗ ਹੋ ਗਿਆ ਕਾਟ ਦੇ ਨਾਲ
ਤੇ ਫਿਰ ਸਾਗਰ ਹੋਵੇ ਭਲਾ ਗੰਗਾ ਹੋਵੇ ਉਹਨੂੰ ਡੋਬਦੇ ਨਹੀਂ, ਉਹ ਲੱਕੜ ਦੇ ਸਹਾਰੇ ਦੇ ਨਾਲ ਤਰ ਜਾਂਦਾ ਹੈ। ਤੈਸੇ ਜਮ ਕਾਲ ਵਿਕਿਆਲ ਸੰਸਾਰ ਗਰਸੈ, ਇਉਂ ਕਹਿੰਦੇ ਸੰਸਾਰ ਦੇ ਅੰਦਰ ਜਮਕਾਲ ਭਿਆਨਕ ਸੰਸਾਰ ਨੂੰ ਗਰਸਦਾ ਵਾ। ਜਿਵੇਂ ਸਾਧ ਸੰਗਤ ਪਾਣੀ ਦੀ ਬੂੰਦ ਪੈ ਕਰਕੇ ਕਾਗਜ਼ ਗਲ ਜਾਂਦਾ ਹੈ, ਐਵੇਂ ਮਨੁੱਖ ਇੱਕ ਕਾਗਜ਼ ਦੀ ਨਿਆਈ ਹੈ, ਕਾਗਜ਼ ਵਰਗਾ ਹੀ ਹੈ। ਸਾਹਿਬ ਕਹਿੰਦੇ ਕਿਆ ਪ੍ਰਭਾਸ ਹੈ ਇਸ ਭਾਂਡੇ ਕਾ ਇਤਨਾ ਕ ਲੱਗਾ ਠਣਕਾ। ਇਹ ਤੇ ਕੱਚੀ ਮਿੱਟੀ ਦਾ ਭਾਂਡਾ, ਪਤਾ ਨਹੀਂ ਕਦੋਂ ਠੋਕਰ ਵੱਜ ਜਾਵੇ। ਜਮਕਾਲ ਨੇ ਆ ਕਰਕੇ ਮਾੜੀ ਜੀ ਚੋਟ ਮਾਰ ਦਿੱਤੀ ਨਾ ਤੇ ਇਹਨੇ ਗਲ ਜਾਣਾ ਹੈ। ਤੇ ਜਿਵੇਂ ਘਿਓ ਦਾ ਸੰਬੰਧ ਹੋ ਗਿਆ ਕਾਗਜ਼ ਦੇ ਨਾਲ, ਫਿਰ ਉਹ ਪਾਣੀ ਤੇ ਗਲਦਾ ਨਹੀਂ। ਤੇ ਸਤਿਗੁਰੂ ਜੀ ਨੇ ਫਿਰ ਜੇ ਨਾਮ ਦੀ ਠੰਡਕ ਬਖਸ਼ਤੀ ਨਾ, ਫਿਰ ਉਹ ਗਲੇਗਾ ਨਹੀਂ, ਉਹ ਡੁੱਬੇਗਾ ਨਹੀਂ, ਉਹ ਜਮਕਾਲ ਦੀ ਚੋਟ ਦੇ ਨਾਲ ਨਹੀਂ ਗਲ ਸਕਦਾ। ਮੌਤ ਦਾ ਸੇਕ ਉਹਨੂੰ ਗਾਲ ਨਹੀਂ ਦੇ ਸਕਦਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤਨ ਕੋਟ ਤੂਰ ਭਾਰ, ਕਰੋੜਾਂ ਪੰਡਾ ਤਨਕ ਮਾਤਰ ਚਿਗਿਆੜੀ ਉਹਨਾਂ ਨੂੰ ਜਾਲ ਕੇ ਰਾਖ ਕਰ ਦਿੰਦੀ ਹੈ। ਆਪਾਂ ਪ੍ਰਾਣੀ ਮਾਤਰ ਨੇ, ਮਨੁੱਖ ਨੇ ਆਪਦੇ ਕਲਿਆਣ ਦੇ ਲਈ ਕਰੋੜਾਂ ਹੀ ਕਰਮ ਕੀਤੇ ਹੋਣ, ਧਰਮ ਕਰਮ ਭਲਾ ਦੀ ਕਰੋੜਾਂ ਕੀਤੇ ਹੋਣ, ਜਪ ਤਪ ਸੰਜਮ ਸਾਧਨ ਆਦਿਕ ਪੁੰਨ ਦਾਨ ਕਿਰਿਆ ਕਰਮ ਪਤਾ ਨਹੀਂ ਕਿੰਨੇ ਕੁ ਕੀਤੇ ਵੇ ਹੋਵਣ। ਪਰ ਜਿਹੜਾ ਜਦੋਂ ਜਮਦੂਤ ਹੈ ਨਾ ਵੱਡੀ ਲੈ ਕੇ ਦੇਣ ਗਰਾਹੀ, ਸਤਿਗੁਰੂ ਜੀ ਦੇ ਪਾਵਨ ਬਚਨ ਗੁਰਬਾਣੀ ਅੰਦਰ ਪੜ੍ਹਦੇ ਆ, ਵੱਡੀ ਦੇ ਕੇ ਲੈਣ ਗਰਾਹੀ। ਇੱਕ ਗਰਾਹੀ ਵੀ ਦਿੰਦਿਆਂ ਹੋਇਆਂ ਉਹ ਵੱਡੀ ਲੈਂਦੇ ਨੇ, ਪੁੰਨ ਦਾਨ ਆਦਿ ਕੀਤੇ ਹੋਏ ਨੇ ਸਾਰਿਆਂ ਦਾ ਫਲ ਲੈ ਲੈਂਦੇ ਨੇ। ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਇਤ ਨਿਮਕ ਸਿਮਰਤ ਛੂਟੈ। ਜਿੰਨਾ ਵੀ ਕਰਮ ਧਰਮ ਕੀਤਾ ਹੋਇਆ ਕਹਿੰਦੇ ਜਮ ਜਗਾਤੀ ਲੂਟਾ, ਜਮ ਜੂਤ ਲੁੱਟ ਲੈਂਦੇ ਨੇ। ਜਗਾਤ ਟੈਕਸ ਚੁੰਗੀ ਨਾਕੇ ਉਹ ਲੁੱਟ ਲੈਂਦੇ ਨੇ, ਕੁਝ ਨਹੀਂ ਪੱਲੇ ਰਹਿਣ ਦਿੰਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਤੇਲ ਮੇਲ ਦੀਪਕ ਬਾਤੀ ਵਿਦਮਾਨ ਹੈ, ਉਹ ਰੂੰ ਦੀ ਵੱਟੀ ਨੂੰ ਤੇਲ ਦੇ ਨਾਲ ਮਿਲਾ ਕੇ ਲਾ ਦਿੱਤਾ ਨਾ, ਫਿਰ ਉਹ ਦੀਵਾ ਰੋਸ਼ਨੀ ਕਰਦਾ ਹੈ, ਲੰਬੀ ਦੇਰ ਤਾਈਂ ਚੱਲਦਾ ਹੈ। ਉਹ ਚਾਨਣ ਨੂੰ ਸੋਖਿਆ ਚੂਕਾ ਜਮ ਸੋ ਤੇਲ, ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ। ਉਹ ਚਾਨਣ ਨੂੰ ਸੋਖਿਆ ਚੂਕਾ ਜਮ ਸੋ ਮੇਲ, ਦੁੱਖਾਂ ਦਾ ਤੇਲ ਉਹਦੇ ਵਿੱਚ ਪਾ ਦਿੱਤਾ। ਦੁੱਖਾਂ ਦਾ ਤੇਲ ਸੁੱਕਦਾ ਜਾਵੇਗਾ। ਸਾਹਿਬ ਕਹਿੰਦੇ ਦੀਵਾ ਇੱਕ ਨਾਮ ਦਾ ਦੀਵਾ ਹਿਰਦੇ ਦੇ ਅੰਦਰ ਵੜ ਜਾਵੇ ਤਾਂ ਨਾਮ ਦਾ ਦੀਵਾ ਚੱਲ ਪਵੇ ਤਾਂ, ਤੇ ਦੁੱਖ ਜਿਹੜੇ ਨੇ ਤੇਲ ਹੋ ਕਰਕੇ ਸੜਦੇ ਜਾਵਣਗੇ। ਜਿਵੇਂ ਜਿਵੇਂ ਸੜਦੇ ਜਾਵਣਗੇ ਤਿਵੇਂ ਤਿਵੇਂ ਉਹ ਦੀਵੇ ਦਾ ਪ੍ਰਕਾਸ਼ ਹੁੰਦਾ ਜਾਵੇਗਾ, ਰੌਸ਼ਨੀ ਵਧਦੀ ਜਾਵੇਗੀ। ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਪਾਣੀ ਦੇ ਅੰਦਰ ਲੱਕੜ ਦੇ ਸੰਜੋਗ ਨਾਲ ਲੋਹਾ ਡੁੱਬਦਾ ਨਹੀਂ, ਵੈਸੇ ਲੋਹੇ ਦਾ ਕਿਲ ਵੀ ਸਿੱਟ ਦਈਏ ਤੇ ਝੱਟਦੇ ਨੇ ਜਾ ਡੁੱਬਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜਿਹੜਾ ਲੋਹੇ ਵਰਗਾ ਸਖਤ ਹਿਰਦਾ ਹੈ, ਜਿਸ ਹਿਰਦੇ ਦੇ ਅੰਦਰ ਕ੍ਰੋਧ ਵਸਦਾ ਹੈ, ਜਿਸ ਹਿਰਦੇ ਦੇ ਅੰਦਰ ਲੋਭ ਵਸਦਾ ਹੈ, ਮੋਹ ਵਸਦਾ ਹੈ, ਵਿਸ਼ੇ ਵਸਦੇ ਨੇ, ਬਕਾਰ ਵਸਦੇ ਨੇ, ਲੋਹੇ ਦੀ ਤਰ੍ਹਾਂ ਸਖਤ ਹੋਇਆ ਹੈ। ਜਿਹੜਾ ਸਖਤ ਹਿਰਦਾ ਨਾ ਉਹ ਕੋਮਲ ਨਹੀਂ ਹੁੰਦਾ ਕਦੇ ਵੀ। ਸਤਿਗੁਰੂ ਜੀ ਦੇ ਪਾਵਨ ਵਚਨ ਆਪਾਂ ਸਹਿਸਪ੍ਰੀਤੀ ਬਾਣੀ ਅੰਦਰ ਪੜ੍ਹਦੇ ਆ, ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਵਰਜਤੇ। ਹੇ ਕਹਿੰਦੇ ਕ੍ਰੋਧ ਕਲਾ ਦਾ ਤੂੰ ਮੁੱਢ ਹੈ, ਲੜਾਈ ਦੀ ਤੂੰ ਜੜ ਹੈ। ਖਿਆਲ ਕਰੋ ਲੜਾਈ ਜ਼ਿੰਦਗੀ 'ਚ ਹਮੇਸ਼ਾ ਹੁੰਦੀ ਉੱਥੇ ਆ ਜਿੱਥੇ ਕ੍ਰੋਧ ਹੋਵੇ, ਜਿੱਥੇ ਕ੍ਰੋਧ ਨਹੀਂ ਉੱਥੇ ਲੜਾਈ ਹੁੰਦੀ ਨਹੀਂ। ਹੇ ਕਲ, ਇਹ ਗੁਰਬਾਣੀ ਦਾ ਫਸਲ, ਗੁਰਬਾਣੀ ਦਾ ਫੈਸਲਾ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਵਰਜਤੇ। ਕ੍ਰੋਧ ਜਿੱਥੇ ਤੂੰ ਵਸਦਾ ਉੱਥੇ ਦਇਆ ਨਹੀਂ ਪੈਦਾ ਹੋ ਸਕਦੀ, ਉੱਥੇ ਪ੍ਰੇਮ ਨਹੀਂ ਪੈਦਾ ਹੋ ਸਕਦਾ। ਜਿਹੜੇ ਹਿਰਦੇ 'ਚ ਕ੍ਰੋਧ ਭਰਿਆ ਹੈ ਉਹ ਲੋਹੇ ਵਰਗਾ ਵਜਰ ਹੈ, ਠੋਸ ਹੈ, ਉਹ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਜਾਂਦਾ ਹੈ। ਲੱਕੜ ਦਾ ਸੰਜੋਗ ਨਾਲ ਹੋ ਗਿਆ ਲੋਹੇ ਦੇ ਕਾਟ ਵਰਗਾ, ਤੇ ਕਾਟ ਜਿਹੜੀ ਸਾਧ ਸੰਗਤ ਨਰਮ ਹੁੰਦੀ ਹੈ। ਕੱਟ ਲੋ, ਵੱਢ ਲੋ, ਕਿਲ ਠੋਕ ਦਿਓ, ਵਿੱਚ ਕੁਛ ਵੀ ਠੋਕ ਦਿਓ, ਲੋਹਾ ਤਾਂ ਫਿਰ ਵੱਢਿਆ ਜਾਵੇਗਾ, ਖਤਮ ਹੋ ਜਾਵੇਗਾ। ਲੱਕੜ ਵਰਗਾ ਨਰਮ ਨਹੀਂ ਜੇ ਹੋ ਸਕਦਾ। ਜਿਵੇਂ ਉਵੇਂ ਲੱਕੜ ਵਾਂਗੂ ਨਰਮ ਹੋ ਗਿਆ ਬੇੜੀ, ਬੇੜੀ ਬਣ ਕੇ ਲੱਕੜ ਦੀ ਸਮੁੰਦਰ ਤੋਂ ਪਾਰ ਹੁੰਦੀ ਹੈ ਨਾ, ਲੱਕੜ ਵਰਗਾ ਨਰਮ ਹੋ ਗਿਆ। ਤੇ ਵਾਹਿਗੁਰੂ ਨਾਮ ਜਹਾਜ਼ ਹੈ ਤੇ ਚੜੇਗਾ, ਚੜ੍ਹੇ ਨਾਮ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ। ਇਹ ਤਿੰਨ ਪ੍ਰਮਾਣ ਦਿੱਤੇ ਆ ਭਾਈ ਗੁਰਦਾਸ ਸਾਹਿਬ ਜੀ ਨੇ। ਕਹਿੰਦੇ ਜਿਸ ਪ੍ਰਕਾਰ ਕਾਗਜ਼ ਗਲ ਜਾਂਦਾ ਪਾਣੀ ਦੀ ਬੂੰਦ ਦੇ ਨਾਲ, ਜਿਵੇਂ ਅੱਗ ਦੀ ਚਿੰਗਾੜੀ ਰੂਹ ਦੀਆਂ ਪੰਡਾਂ ਨੂੰ ਸਾੜ ਦਿੰਦੀ ਹੈ, ਜਿਵੇਂ ਲੋਹਾ ਪਾਣੀ ਦੇ ਅੰਦਰ ਡੁੱਬ ਜਾਂਦਾ ਹੈ,
तैसे जमकाल बियाल संसार सगल गरसै। इउं कहंदे जिहड़ा जमकाल रूपी सप सारे संसार नूं गरसदा डंग मारदा है। सतगुर भेट तदासन दास है। सतगुरु नाल मिलाप हो जावे ना अंतरात्मा तो ते ओ दासां दा दास हो जांदा है। ऐसे सतगुरु अमरदास महाराज जी ने वचन कह दिता कि काल इत्थे नहीं वड़ेगा। दासां दा दास सेवक होकर के फिरदा रहा 22 साल। गोइंदवाल दे अंदर काल ने प्रवेश नहीं कीता। आखो सतनाम श्री वाहिगुरू। सो टिक्का सो बहना सोई दीवान। सो टिक्का ओही टिक्का जिहड़ा गुरु अंगद साहिब सच्चे पातशाह नूं गुरु नानक देव पातशाह जी ने बख्शिया सी। मस्तक ते लाया सी चंदन केसर दा तिलक। सो बहना ओही गुरता गद्दी दा तख्त जिस दे उपर गुरु नानक साहिब महाराज जी ने गुरु अंगद साहिब नूं बिठाया सी। सोई दीवान ओह दीवान जिहड़ा गुरु नानक पातशाह जी ने लाया सी ओहो ही गुरु अंगद साहिब ने लाया ते ओही दीवान श्री गुरु अमरदास महाराज जी ने लाया। सो टिक्का सो निश्चय रूपी टिक्का सो बहना सो अधिष्ठान रूपी आसन ते बहना सोई दीवान। दीवान नाम आसरे दा जो गुरु नानक जी संगत दा आसरा सानू ओही गुरु अमरदास महाराज जी तुसी आसरा हो। प्यो दादे जेहविया पोता प्रवान। प्यो गुरमत दे अनुसार पिता गुरु अंगद साहिब जी दादा गुरु नानक साहिब जी जेहविया नाम वर्गा पिता वर्गा दादे वर्गा पोता प्रवान। पोता अमरदास जी गुरमत दे अनुसार पोता होकर के प्रवान नीक होए हो। जिन बास कनेत्र कत्या करने ही तान। जिन समुंद बरोलिया कर मेर मदान। जिन बास्क जिस परमेश्वर ने बास्क दा नेत्रा पा करके मंदराचल पर्वत नूं रिड़किया सी करनी तान। नेही एक लकड़ दी बनाई हुई जिहदे उत्ते रिड़कना रखिया जांदा नेही। सतगुरु जी ने ही तान जिहड़ा तेरा बल है जिहड़ी तेरी समर्था है जो तेरे अंदर पावर है जो तू दीन दुनिया दा छत्र चलाया होया है एहो ही तेरी नेही है। ते प्रेम रूपी बास्क नाग है नेत्र कत्या ते सतगुरु सच्चे पातशाह जी ने प्रेम रूपी बास्क नेत्रा बास्क नाग दा नेत्रा पा लिया। नेही तान तान बल रूपी नेही कीती हुई है। और जिन समुंद बरोलिया कर मेर विधान जिस परमात्मा ने समुंदर बरोल दिता सी रिड़क दिता सी। इसे प्रकार सतगुरु सच्चे पातशाह जी तुसी संसार समुंदर दे अंदर कर मेर विधान मेर समेर पर्वत नूं मधान बना करके रिड़किया सी। पर तुसी सतगुरु सच्चे पातशाह महाराज अपने आत्मिक बल दे नाल समेर पर्वत नूं मधान बना के समुंदर तरह बरोलिया सी ना। इवें सतगुरु जी तुसी समेर पर्वत दी नहीं अडोल हो अचल हो। टोल आगी दा जिहड़ा हिरदा इन्ना अचल है किसी भी प्रकार वो डोलिया नहीं जा सकता। 14 रत्न निकाले उनकी तो चानान 14 रत्न कड्डे और उन्होंने कीतो चानन प्रकाशे संसार दे अंदर 14 रत्न कढ़ करके लक्ष्मी कौसम मणि रंभा शराब अमृत शंख रागत हाथी वर्गे त्याग 14 रत्नों सतगुरु कढ़िया संसार विच उन्हां रत्नों नूं प्रकाश कीता। घोड़ा कीतो सहज दा जत कियो पलान। घोड़ा कीतो सहज दा सहज ज्ञान दा ब्रह्म ज्ञान दा तुसीं घोड़ा कीता है। जत कियो पलान पलान नाम पलानी दा काठी दा जत कीता जिहड़ा जत रखिया इंद्रिय जित कीते इंद्रियां दा दमन कीता है। ये आपने काठी पौना कीती है। धनख चढ़ायो सत दा जस हंदा बाण। धनख जिहड़ा है वो जस रूपी परमेश्वर दा प्रभु दा जिहड़ा जस करना है अथवा सत सच बोलना है सच्चे नाम दा आपने धनख कीता है। जस हंदा बाण हंदा नाम है दा दा परमेश्वर दा जिहड़ा जस करना ये बाण है तीर है आप जी ने धारण कीता होया है। कल विच तू अंधार सा चढ़िया रह भाण ऐ सतगुरु अमरदास महाराज कल युग दे विच तू अंधार काला धुआं होया है। पापां दा चार तेरे गाढ़ा हनेरा होया है। पापां दी रात दे विच आप सा चढ़िया रह भाण। भाण नाम है सूरज दा रह किरणां दे समेत ज्ञान दीयां किरणां दे सहित होके आप सूरज रूप प्रगट होए। सतो खेत जमायो सतो शाबान। सतो खेत जमायो आपने सतगुरु जी जिन्हें पहले स्वरूप दे अंदर हो करके खेत जमायो। खेती सतगुरु जी ने चार दी सी ना मज्जां नूं गऊआं नूं। जदों राय बलार दे पास जिमीदार ने पुकार की जा करके उहदी कचहरी विच आउणा पिया। समर्थ सतगुरु जी नूं कहा कि हरजाना भरो। कहंदे क्यों हरजाना भरीए जदों खेती साड़ी खेती ज्यों दी त्यों है पत्ता नहीं हिलिया जाके देख लो। सतो
खेत जमायो, अपने सत दे वाले नाल खेत नूं उवें दी उवें बना दिता, हरा भरा प्रफुल्लित बना दिता। सतो शाबान, अपने सत दे नाल सतगुरु जी छां कीती सी ना। शेष नाग ने आकर के जो गरीब निवाज सतगुरु जी धुप्पे ही पए सन लेटे हुए, पहले स्वरूप अंदर ते राय बलार बाहरों आ रहा सी। दूरों देख करके उन्हें अपने नाल दे हलकारां नूं आख्या कि बाहर कौन है, जांदा इसनूं सप ने ग्रस लिया होवेगा, जे जिंदा होया ते फिर कोई पैगंबर होवेगा, कोई अवतारी पुरुष होवेगा। चिट्टे बाशक नाग ने सारे शरीर ते छां कीती, कद्या होया सी। घोड़ियां दे पौड़ां दी आवाज़ सुन के सप चला गया पताल। सतगुरु जी उठ बैठे, राय बलार ने जाके चरनां ते सीस रखिया सतगुरु सच्चे पातशाह दी, गुरु नानक साहिब महाराज जी दे। अथवा एक बारी सतो शाबान, एक बारी गुरु नानक साहिब महाराज जी फिर किते बाहर नगर तो गौआं मੱਝਾਂ लै करके बैठे ते सूरज दा पच्छम ਵੱਲ ਨੂੰ जाना करके सारे रुखां दी छां टल गई। जिस रुख दी छां थल्ले साहिब गुरु नानक साहिब सच्चे पातशाह पया, ओदी छां जिउंदी त्यों खड़ी होई है। इस चरज कौर वीर आए बलार ने देखा, उसनूं प्रतीत हो गई मेरी नगरी दे अंदर कोई पैगंबर प्रगट होया है, कोई खुदा आया होया है। कलयुग दे पापां ने धुएं नूं निवृत्त करन दे लई सतगुरु जी ज्ञान रूप हो करके प्रगट होए हो। आप सतो खेत जमायो, गुरु नानक साहिब महाराज जी ने जिवें जिमींदार दा खेत हरिया कीता सी, सतो शाबान अथवा शाबान नाम चंदोए दा जस रूपी चंदोआ गुरता दा तख्त गुरु अंगद साहिब सच्चे पातशाह जी ने जो आप नूं बख्शिया है। जो गुरु नानक साहिब जी दे उपर चंदोआ सी गुरु अमरदास, वो ही आप जी दे उत्ते तणिया गया है। नित रसोई तेरी है क्यों मैदा खान, नित रसोई तेरी रसोई दे अंदर सतगुरु सच्चे पातशाह जी ओ घ्यो मैदा खान, घ्यो दा नाम है ते मैदा खान नाम खंड दा है। घ्यो मैदा ते खंड दे मिलाप दा प्रसाद बनदा, कड़ा प्रसाद ही दे ओ निता प्रति कड़ा प्रसाद तेरे लंगर दे अंदर वरतदा है। कहंदे ने सतपुरुषां ने जिक्र कीता है, कई लोग कड़ा प्रसाद दी देग अंदर गोड़ी वरतन लग गए सन। इस पंक्ति दी सेध लई गई, निर्णय किया गया कि सतगुरु जी ने तिहावल तिन्ना प्रसाद तिन्ना वस्तुआं नूं घ्यो नूं खंड नूं आटे नूं इकत्र करके इक्को जिहियां वस्तुआं पा करके तिहावल कड़ा प्रसाद नूं प्रवान कीता होया। नित रसोई तेरी है घ्यो मैदा खान, ये निता प्रति तेरे लंगर दे अंदर प्रसाद वरतदा है, घ्यो दा खंड दा मैदे दा बना करके कड़ा प्रसाद। अथवा जिहड़ा घ्यो है मैदा है और खान खंड है, ये सतगुरु जी घ्यो प्रेम रूपी घ्यो है, ज्ञान रूपी मैदा है ते भगती रूपी खंड है। सो गुण तेरे दरबार दे अंदर वरतदे हन। चारे कुंडा सूझी ओस, मन है शब्द प्रवान। चारे कुंडा भगती अत्यादक दे शुभ गुण आप जी दे दर ते सुभदे ने ते चारे कुंडा सूझी ओस ओनू सुझदियां ने। चारा कुंडा दा नूं ज्ञान हो आउंदा है। मन में शब्द प्रवान जी दे हिरदे दे विच गुरु का उपदेश प्रमाणिक हो गया। गुरु का शब्द सतगुरु जी जिहदे हृदय प्रमाणिक हो गया ना, ओनू चारे कुंडा सुझ आईयां। चारे कुंडा नूं प्रतीत मिथ्या कर लिया है उसने, ब्रह्म रूप करके उसनूं सुझ आईयां ने। आवा गौण नवारियो कर नदर निशान, जिस दे उपर तू मेहर कर दिती ना नदर निशान, निशान नाम है प्रवाना बख्शिया। जिहदे तेरी नदर होगी ओदा आवा गौण नवारियो निवृत्त कर दिता है। ओदा संसार तो आना जाना सतगुरु अमरदास तुसीं कट दिता है। उतरिया अवतार लै सो पुरख सजान, गरीब नवाज सतगुरु जी अवतरिया, जिवें गुरु नानक साहिब जी प्रगटे उतरे इस संसार दे उपर मात लोक दे उपर। गुरु अंगद साहिब जी आए और पावन सतगुरु अमरदास जी अवतार लेके संसार विच आप भी उतरे हो, आए हो। इको ही रूप हो करके आप नूं मन्निया गया है। पुरख सुजान श्रेष्ठ सुजान पुरख परमात्मा दा रूप हो के गुरु नानक साहिब, गुरु अंगद साहिब और गुरु अमरदास जी उतरे हन। झखड़ बाओ न डोली पर्वत मेरा, जिवें समेर पर्वत ही हवा दे नाल डोलदा। झखड़ आ जाए, तूफान आ जाए, मींह आ जाए, नेरी आ जाए, समेर पर्वत दी ताई तुसीं डोलो। तू मेरो मेर पर्वत स्वामी ओट कही मैं तेरी, ना तुम डोलो नाम हम गिरते रख लीनी हर मेरी। समेर पर्वत ही नहीं, वासना दियां हवावां वगी जान, झखड़ वगी जान, सतगुरु जी आप नहीं डोलदे। ते जिन्हां ने आपकी शरण ग्रहण कर ली उन्हां नूं भी आपने स्थिर कर दिता है।
ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ। ਜਗਿਆਸੂ ਦੀ ਬਿਰਥਾ ਨੂੰ ਆਪ ਜਾਣਦੇ ਹੋ, ਪੀੜਾ ਨੂੰ ਜਾਣਦੇ ਹੋ, ਜਾਣੀ ਜਾਣ ਹੋ, ਸਰਬੱਗ ਹੋ, ਸਭ ਦੇ ਅੰਦਰ ਦੀ ਜਾਣਨ ਵਾਲੇ ਹੋ। ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ। हे ਸੱਚੇ ਪਾਤਸ਼ਾਹ ਸਤਿਗੁਰੂ, ਕੀ ਮੈਂ ਆਪਦੀ ਸਿਫਤ ਕਰਾਂ, ਸਲਾਹ ਕਰਾਂ। ਤੂੰ ਸੁਗੜ ਸ੍ਰੇਸ਼ਟ ਘਾਤਾਂ ਨੂੰ ਕਰਨ ਵਾਲਾ ਹੈ, ਸਜਾਨ ਅੰਤਰਜਾਮੀ ਹੈ, ਸਰਬੱਗ ਹੈ। ਦਾਨ ਜੇ ਸਤਿਗੁਰ ਭਾਵਸੀ ਸੋ ਸੱਤੇ ਦਾਨ। ਇਹ ਸਤਿਗੁਰੂ ਜਿਹੜਾ ਆਪ ਜੀ ਨੂੰ ਪਾਉਂਦਾ ਹੈ ਉਹ ਸੱਤੇ ਰਬਾਬੀ ਨੂੰ ਦਾਨ ਦੇ ਦਿਓ, ਉਹ ਦਾਨ ਬਖਸ਼ ਦਿਓ। ਸੱਤੇ ਰਬਾਬੀ ਨੂੰ ਆਪ ਦੀ ਉਸਤਤ ਉਚਾਰਨ ਕਰਨ ਲੱਗ ਜਾਵੇ, ਰਾਗ ਆ ਜਾਵੇ, ਕੀਰਤਨ ਕਰਨ ਲੱਗ ਜਾਵੇ ਤੇਰੇ ਦਰ ਤੇ। ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ। ਹੰਦਾ ਨਾਮ ਹੈ ਦਾ, ਨਾਨਕ ਹੰਦਾ ਛਤਰ ਸਿਰ। ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿਰ ਤੇ ਛਤਰ ਸੀ ਉਹੀ ਗੁਰੂ ਅਮਰਦਾਸ ਜੀ ਦੇ ਸਿਰ ਦੇ ਉੱਪਰ ਛਤਰ ਝੁਲਦਾ ਹੈ। ਉਮਤ ਹੈਰਾਨ, ਸੰਗਤ ਹੈਰਾਨ ਚੜ੍ਹਦ ਹੁੰਦੀ ਹੈ। ਉਹੀ ਰੂਪ ਨੇ ਗੁਰੂ ਨਾਨਕ ਸਾਹਿਬ ਜੀ ਲਈ, ਉਹੀ ਰੂਪ ਹਨ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਉਹੀ ਟਿੱਕਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਆ, ਉਹੀ ਗੁਰਤਾ ਦਾ ਤਿਲਕ ਟਿੱਕਾ ਗੁਰੂ ਅੰਗਦ ਜੀ ਨੇ ਪਾਵਨ ਸ੍ਰੀ ਅਮਰਦਾਸ ਜੀ ਨੂੰ ਬਖਸ਼ ਕੇ ਗੁਰੂ ਅਮਰਦਾਸ ਬਣਾ ਦਿੱਤਾ। ਉਹੀ ਗੁਰਤਾ ਦਾ ਤਖਤ ਸੋਈ ਬਹਿਣਾ ਸੋਈ ਦੀਵਾਨ। ਦੀਵਾਨ ਉਹੀ ਸਭਾ, ਬਾਬਾ ਬੁੱਢਾ ਸਾਹਿਬ ਜੀ ਵਰਗਿਆਂ ਦੀ ਗੁਰੂ ਕੇ ਸਿੱਖਾਂ ਦੀ ਜਿਹੜੀ ਸਭਾ ਲੱਗਦੀ, ਉਹੀ ਸਭਾ ਗੁਰੂ ਅਮਰਦਾਸ ਤੇਰੀ ਹਜ਼ੂਰੀ 'ਚ ਲੱਗਦੀ ਹੈ। ਸੋ ਟਿੱਕਾ ਉਹ ਪ੍ਰੇਮ ਦਾ ਟਿੱਕਾ, ਸੋ ਬਹਿਣਾ ਉਹੀ ਅਧਿਸ਼ਠਾਨ ਰੂਪੀ ਤਖਤ ਤੇ ਬੈਠਦੇ ਹੋ। ਸੋਈ ਦੀਵਾਨ ਉਹੀ ਆਸਰਾ ਰੂਪ ਹੋ ਕਰਕੇ ਸੰਗਤ ਦੇ ਦੁੱਖਾਂ ਸੁੱਖਾਂ ਦੀ ਨਿਵਰਤੀ ਕਰਦੇ ਹੋ। ਪਿਓ ਦਾਦੇ ਜੇ ਵਿਆਹ ਪੋਤਰਾ ਪਰਵਾਨ। ਪਿਓ ਦਾਦੇ ਜੇ ਵਿਆਹ, ਜਿਵੇਂ ਪਿਤਾ ਗੁਰੂ ਅੰਗਦ ਸਾਹਿਬ ਜੀ, ਦਾਦਾ ਗੁਰੂ ਨਾਨਕ ਸਾਹਿਬ ਜੀ, ਜੇ ਵਿਆਹ ਨਾਮ ਹੈ ਵਰਗਾ, ਪੋਤਰਾ ਗੁਰੂ ਅਮਰਦਾਸ ਜੀ ਪ੍ਰਮਾਣਿਕ ਆਪ ਹੋਏ ਹੋ। ਐਸੇ ਸਤਿਗੁਰੂ ਅਮਰਦਾਸ ਜੀ ਦੀ ਵਡਿਆਈ ਕੀਤੀ ਗਈ ਹੈ। 6 ਸ਼ਬਦਾਂ ਦੀ ਸਮਾਪਤੀ ਹੋਈ। ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਅਨੇਕ ਤਰੁੱਟੀਆਂ ਹੋ ਜਾਂਦੀਆਂ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਗੁਰਬਾਣੀ ਦੀ ਕਥਾ ਸਭ ਕੁਛ ਕਰ ਸਕਦੇ ਨੇ, ਅਲਪਗ ਜੀਵਨੀ। ਆਪ ਸੰਗਤਾਂ ਨੇ ਜੈਸਾ ਬਲ ਬਖਸ਼ਿਆ ਵਿਚਾਰ ਕੀਤੀ ਗਈ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਹਿਰਦੇ ਦੀ ਗਹਿਰਾਈ ਚੋਂ ਅਸੀਸ ਦਿਓ। ਦੇਵ ਸੱਜਣ ਅਸੀਸੜੀਆਂ ਜੋ ਵੈ ਸਾਹਿਬ ਸੰਗੀ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਪਿਓ ਦਾਦੇ ਜਿਹਵਿਆ ਪੁੱਤਰਾ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।